ਅੱਖਾਂ ਨਾਲ ਕੀ ਵੇਖ ਲਿਆ, ਅੱਖਾਂ ਨਾਲ ਕੀ ਵੇਖ ਲਿਆ। ਅੱਖਾਂ ਨਾਲ ਕੀ ਵੇਖ ਲਿਆ, ਅੱਖਾਂ ਨਾਲ ਕੀ ਵੇਖ ਲਿਆ। ਅੱਖਾਂ ਨਾਲ ਕੀ ਵੇਖ ਲਿਆ, ਅੱਖਾਂ ਨਾਲ ਕੀ ਵੇਖ ਲਿਆ। ਅੱਖਾਂ ਨਾਲ ਕੀ ਵੇਖ ਲਿਆ, ਅੱਖਾਂ ਨਾਲ ਕੀ ਵੇਖ ਲਿਆ। ਸੁਣਿਆ ਸੀ ਸਤਿਗੁਰ ਮੇਰਾ, ਅੱਖਾਂ ਨਾਲ ਵੇਖ ਲਿਆ ਜੈਸਾ। ਸੁਣਿਆ ਸੀ ਸਤਿਗੁਰ ਮੇਰਾ, ਅੱਖਾਂ ਨਾਲ ਵੇਖ ਲਿਆ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ, ਵਿਛੜਿਆ ਮਿਲੈ ਪ੍ਰਭੂ ਹਰਿ ਦਰਗਹਿ ਕਾ। ਹਰ ਨਾਮ ਮੰਤਰ ਦ੍ਰਿੜਾਇਂਦਾ ਕੱਟੇ ਹੋ ਮੈਂ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ, ਆਓ ਸਰਬੱਤ ਮਾਈ ਭਾਈ ਸਾਰੇ ਹੀ ਦੂਰੋਂ ਨੇੜਿਓਂ ਚੱਲ ਕੇ ਗੁਰੂਆਂ ਦੇ ਗੁਰੂ ਸ਼ਹਿਨਸ਼ਾਹ ਦੇ ਸ਼ਹਿਨਸ਼ਾਹ ਦਸਾਂ ਪਾਤਸ਼ਾਹਾਂ ਦੀ ਪਾਵਨ ਪਵਿੱਤਰ ਜਗ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਪਹੁੰਚੇ ਹੋ। ਤਾਂ ਤੇ ਆਓ ਥੋੜ੍ਹਾ ਜਿਹਾ ਸਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਾਈਏ ਔਰ ਆਪਣੀਆਂ ਜ਼ਿੰਦਗੀ ਦੀਆਂ ਕੁਝ ਘੜੀਆਂ
ਜੀਵਨ ਦੇ ਕੁਝ ਸਮੇਂ ਨੂੰ ਗੁਰੂ ਚਰਨਾਂ ਵਿੱਚ ਲਾ ਕੇ ਸਫਲਾਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰੀ। ਸਾਰਿਆਂ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਨੇ ਇੱਕ ਸਾਡੇ ਉੱਤੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਦੁਨੀਆ ਦੇ ਵਿੱਚ ਸਾਡੀਆਂ ਸਾਰਿਆਂ ਦੀਆਂ ਰਿਸ਼ਤੇਦਾਰੀਆਂ ਨੇ, ਕੋਈ ਕਿਸੇ ਦਾ ਪਿਓ, ਕਿਸੇ ਦੀ ਮਾਂ, ਕੋਈ ਕਿਸੇ ਦੀ ਮਾਮੀ, ਕੋਈ ਮਾਸੀ, ਕੋਈ ਫੁੱਫੜ, ਕੋਈ ਮਾਮਾ। ਪਰ ਯਾਦ ਰੱਖਿਓ, ਜਦੋਂ ਬੰਦਾ ਦੁਨੀਆ ਦੇ ਵਿੱਚ ਆਉਂਦਾ ਉਹਦੀਆਂ ਇਹ ਰਿਸ਼ਤੇਦਾਰੀਆਂ ਸ਼ੁਰੂ ਹੁੰਦੀਆਂ ਨੇ। ਜਦੋਂ ਬੰਦਾ ਦੁਨੀਆ ਤੋਂ ਚਲਾ ਜਾਂਦਾ ਰਿਸ਼ਤੇਦਾਰੀਆਂ ਖਤਮ, ਉਸ ਤੋਂ ਬਾਅਦ ਨਹੀਂ ਰਹਿੰਦੀਆਂ। ਪਰ ਕਲਗੀਧਰ ਪਾਤਸ਼ਾਹ ਨੇ ਸਾਡੀ ਕੀ ਐਸੇ ਰਿਸ਼ਤੇਦਾਰੀ ਸਾਨੂੰ ਬਖਸ਼ੀ ਹੈ, ਸਾਰਿਆਂ ਨੂੰ ਬਖਸ਼ੀ ਹੈ। ਉਹ ਸ਼ੁਰੂ ਤਾਂ ਹੁੰਦੀ ਹੈ ਪਰ ਖਤਮ ਕਦੇ ਵੀ ਨਹੀਂ ਹੁੰਦੀ। ਬੰਦਾ ਦੁਨੀਆ ਤੋਂ ਚਲਾ ਜਾਏ, ਸੰਸਾਰ ਤੋਂ ਚਲਾ ਵੀ ਜਾਏ, ਉਹ ਤਦ ਵੀ ਰਹਿੰਦੀ ਹੈ, ਉਹ ਨਹੀਂ ਜਾਂਦੀ। ਉਹ ਰਿਸ਼ਤੇਦਾਰੀ ਕਿਹੜੀ ਹੈ? ਸਾਡੀ ਸਾਰਿਆਂ ਦੀ ਹੈ ਔਰ ਸਾਡੀ ਆਪਸ ਦੇ ਵਿੱਚ ਹੈ। ਕਲਗੀਧਰ ਪਾਤਸ਼ਾਹ ਨੇ ਇੱਕ ਬਚਨ ਕੀਤਾ ਸੀ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਉਹ ਸਾਡੀ ਸਾਰਿਆਂ ਦੀ ਰਿਸ਼ਤੇਦਾਰੀ ਹੈ। ਉਹ ਗੂੜੀ ਪਤਾ ਕਦੋਂ ਹੁੰਦੀ ਹੈ? ਜਦੋਂ ਆਪਾਂ ਸਾਰੇ ਹੱਥ ਜੋੜ ਕੇ ਇੱਕ ਦੂਜੇ ਦੇ ਸਾਹਮਣੇ ਖੜ ਕੇ, ਦੋਵੇਂ ਹੱਥ ਜੋੜ ਕੇ ਕਲਗੀਧਰ ਪਾਤਸ਼ਾਹ ਨੂੰ ਯਾਦ ਕਰਕੇ ਜਦੋਂ ਇਹ ਲਫ਼ਜ਼ ਬੋਲਦੇ ਆ, ਉਹ ਲਫ਼ਜ਼ ਕਿਹੜੇ ਨੇ? ਮੈਂ ਵੀ ਬੋਲਦਾ, ਦਾਸ ਵੀ ਬੋਲਦਾ, ਆਪ ਵੀ ਸਾਰੇ ਬੋਲਿਓ। ਉਹ ਲਫ਼ਜ਼ ਇਹ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡੀ ਸਾਰਿਆਂ ਦੀ ਰਿਸ਼ਤੇਦਾਰੀ ਇੱਕ ਦੂਜੇ ਦੇ ਨਾਲ ਹੈ। ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਗੁਰ ਸਿੱਖਾਂ ਇੱਕੋ ਪਿਆਰ। ਦੁਨਿਆਵੀ ਤੌਰ ਤੇ ਜਿਹੜਾ ਪਿਆਰ ਪਤਨੀ ਦਾ ਆਪਣੇ ਪਤੀ ਨਾਲ ਹੈ, ਉਹ ਆਪਣੇ ਸਹੁਰੇ ਜਾਂ ਕਿਸੇ ਜੇਠ ਦਿਓਰ ਦੇ ਨਾਲ ਨਹੀਂ ਹੁੰਦਾ। ਜਿਹੜਾ ਪਿਆਰ ਕਿਸੇ ਭੈਣ ਦਾ ਆਪਣੇ ਭਰਾ ਦੇ ਨਾਲ ਹੈ, ਉਹ ਆਪਣੇ ਪਤੀ ਨਾਲ ਜਾਂ ਕਿਸੇ ਹੋਰ ਵਿਅਕਤੀ ਨਾਲ ਨਹੀਂ ਹੁੰਦਾ। ਕਹਿਣ ਦਾ ਭਾਵ ਰਿਸ਼ਤੇ ਦੇ ਮੁਤਾਬਕ ਕਿਤੇ ਨਾ ਕਿਤੇ ਉਹਦੇ ਵਿੱਚ ਫਰਕ ਹੁੰਦਾ ਹੈ। ਪਰ ਕਲਗੀਧਰ ਪਾਤਸ਼ਾਹ ਨੇ ਜਿਹੜਾ ਰਿਸ਼ਤਾ ਸਾਡੇ ਨਾਲ ਸਾਂਝਾ ਕੀਤਾ, ਇਹਦੇ ਵਿੱਚ ਕੋਈ ਫਰਕ ਨਹੀਂ ਹੈ। ਭਾਵੇਂ ਉਹ 6 ਮਹੀਨੇ ਦਾ ਬੱਚਾ ਹੈ, ਭਾਵੇਂ ਉਹ 70, 80 ਜਾਂ 90 ਸਾਲ ਦਾ ਬਜ਼ੁਰਗ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਉਮਰ ਨੂੰ ਅੱਗੇ ਰੱਖ ਕੇ ਕਿਸੇ ਗੱਲ ਨੂੰ ਅਹਿਮੀਅਤ ਨਹੀਂ ਦਿੱਤੀ। ਇੱਥੇ ਗੁਣਾਂ ਦਾ ਮੁੱਲ ਮੇਰੇ ਪਾਤਸ਼ਾਹ ਨੇ ਪਾਇਆ। ਬੰਦੇ ਦੀ ਅੰਦਰ ਦੀ ਸੋਚ ਕੀ ਹੈ, ਸੋਚਦਾ ਕੀ ਹੈ, ਇਹਦੇ ਅੰਦਰ ਕੀ ਹੈ। ਸੋ ਆਪ ਜੀ ਭਾਗਾਂ ਵਾਲੇ ਹੋ। ਸਾਡੇ ਤੋਂ ਪਹਿਲਾਂ ਬਹੁਤ ਹੀ ਪਿਆਰੇ ਸਿਆਣੇ ਗੁਰਮੁਖ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ, ਜਿਨ੍ਹਾਂ ਦੇ ਉੱਤੇ ਪਾਤਸ਼ਾਹ ਦੀ ਬੜੀ ਕਿਰਪਾ ਹੈ। ਦੂਜੀ ਬੇਨਤੀ, ਤੁਸੀਂ ਭਾਗਾਂ ਵਾਲੇ ਹੋ ਜੋ ਕਲਗੀਧਰ ਪਾਤਸ਼ਾਹ ਜੀ ਦਾ ਅਵਤਾਰ ਦਿਹਾੜਾ ਮਨਾ ਰਹੇ ਹੋ। ਪਿੰਡ ਕਾਠਗੜ੍ਹ ਵਾਲੇ, ਕਾਠਗੜ੍ਹ ਧਰਮਗੜ੍ਹ ਸ਼ਾਇਦ ਦੋ ਪਿੰਡ, ਦੋਨੋਂ ਪਿੰਡ ਜਾਂ ਇੱਕੋ ਹੀ ਹੈ? ਹਾਂ, ਇੱਕੋ ਹੀ ਪਿੰਡ ਹੈ। ਜਿੰਨੇ ਵੀ ਨਗਰ ਨਿਵਾਸੀ ਆਪ ਸਾਰੇ ਇੱਥੇ ਬੈਠੇ ਹੋ ਨਾ, ਸਾਰੇ ਵਧਾਈ ਦੇ ਪਾਤਰ ਹੋ। ਵਧਾਈ ਦੇ ਪਾਤਰ ਇਸ ਕਰਕੇ ਨਹੀਂ ਕਿ ਕਲਗੀਧਰ ਪਾਤਸ਼ਾਹ ਦਾ ਅਵਤਾਰ ਦਿਹਾੜਾ ਅੱਜ, ਉਹ ਤਾਂ ਹੈ ਹੀ ਹੈ, ਉਹ ਤਾਂ ਖਾਰਜ ਨਹੀਂ ਹੋ ਸਕਦਾ, ਉਹਦੇ ਕਰਕੇ ਤਾਂ ਵਧਾਈ ਆਪਾਂ ਦੇਣੀ ਦੇਣੀ। ਵਧਾਈ ਦੇ ਪਾਤਰ ਤੁਸੀਂ ਇਸ ਕਰਕੇ ਹੋ ਕਿ ਉਸ ਸਮੇਂ ਦੇ ਉੱਤੇ ਤੁਸੀਂ ਗੁਰੂ ਚਰਨਾਂ ਦੇ ਵਿੱਚ ਬੈਠੇ ਹੋ। ਮੈਂ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਸਾਡੇ ਵਿੱਚੋਂ ਬਹੁਤੇ ਪ੍ਰੇਮੀ ਐਸੇ ਨੇ ਜਿਨ੍ਹਾਂ ਦੇ ਬੱਚੇ ਛੋਟੇ ਨੇ, 4, 5 ਸਾਲ, 10 ਸਾਲ ਜਾਂ 12 ਸਾਲ ਦੀ ਉਮਰ ਹੋਏਗੀ। ਉਹਨਾਂ ਦਾ ਬੱਚਿਆਂ ਦੇ ਨਾਲ ਪਿਆਰ ਵੀ ਬਹੁਤ ਹੈ। ਜਿਹੜਾ ਬੱਚੇ ਦਾ ਜਨਮ ਦਿਨ ਹੈ ਉਹ ਇੱਕੋ ਦਿਨ ਆਉਂਦਾ ਸਾਲ ਦੇ ਵਿੱਚ, 2 ਵਾਰ ਨਹੀਂ ਆਉਂਦਾ, ਇੱਕੋ ਹੀ ਵਾਰ। ਪਰ ਜਿਸ ਦਿਨ ਬੱਚੇ ਦਾ ਜਨਮ ਦਿਨ ਹੁੰਦਾ ਹੈ, ਉਸ ਦਿਨ ਬੱਚਾ ਜਿੱਦ ਕਰਦਾ ਹੈ ਆਪਣੀ ਮਾਂ ਨਾਲ ਜਾਂ ਪਿਓ ਨਾਲ ਕਿ ਤੁਸੀਂ ਮੇਰੇ ਕੋਲ ਹੋਣੇ ਚਾਹੀਦੇ ਆ। ਜੇ ਪਿਓ ਨੌਕਰੀ ਕਰਦਾ, ਘਰੇ ਨਹੀਂ ਹੈ, ਤੇ ਬੱਚਾ ਲੜ ਪੈਂਦਾ ਕਿ ਡੈਡੀ ਮੇਰਾ ਬਰਥਡੇ ਸੀ, ਤੂੰ ਛੁੱਟੀ ਨਹੀਂ ਕੀਤੀ। ਬੱਚਾ ਲੜਦਾ, ਭਾਵੇਂ ਪਿਆਰ ਨਾਲ ਹੀ ਲੜਦਾ ਜ਼ਰੂਰ ਹੈ। ਜੇ ਉਹਦੀ ਮਾਂ ਘਰੇ ਨਹੀਂ ਹੈ, ਬਾਹਰ ਹੈ, ਤੂੰ ਆਪਣੀ ਮਾਂ ਨਾਲ ਲੜਦਾ ਕਿ ਮੇਰਾ ਜਨਮ ਦਿਨ ਸੀ ਜਾਂ ਮੇਰਾ ਬਰਥਡੇ ਸੀ, ਮੰਮੀ ਤੂੰ ਘਰੇ ਨਹੀਂ ਸੀ, ਤੂੰ ਛੁੱਟੀ ਨਹੀਂ ਲਈ। ਪਰ ਜੇ ਦੋਨੋਂ ਹੀ ਮਾਂ ਵੀ ਤੇ ਪਿਓ ਵੀ ਬੱਚੇ ਦੇ ਕੋਲ ਹੋਣ, ਬੱਚੇ ਨੂੰ ਹੋਰ ਕੁਝ ਨਹੀਂ ਚਾਹੀਦਾ, ਉਹਨਾਂ ਦੋਨਾਂ ਦੇ ਹੋਣ ਦੇ ਨਾਲ ਬੱਚੇ ਨੂੰ ਬਹੁਤ ਖੁਸ਼ੀ ਹੁੰਦੀ ਹੈ। ਜਿਸ ਦਿਨ ਸਾਡੇ ਵਿੱਚੋਂ ਕਿਸੇ ਦਾ ਜਨਮ ਦਿਨ ਹੋਵੇ, ਸਾਡੀ ਕੋਸ਼ਿਸ਼ ਕੀ ਹੁੰਦੀ ਹੈ ਕਿ ਮੇਰੇ ਬੱਚੇ ਮੇਰੇ ਕੋਲ ਹੋਣ।
ਤੇ ਜੇ ਬੱਚੇ ਕੋਲ ਨਾ ਹੋਣ, ਹੋ ਸਕਦਾ ਕਈ ਵਾਰੀ ਕਿਸੇ ਦਾ ਬੱਚਾ ਚੜ੍ਹਾਈ ਕਰ ਜਾਂਦਾ, ਪੂਰਾ ਹੋ ਜਾਂਦਾ, ਜਾਂ ਦੇਸ਼ ਵਿਦੇਸ਼ ਰਹਿੰਦਾ, ਮਾਂ ਕਹਿੰਦੀ ਹੈ ਜਾਂ ਪਿਓ ਕਹਿੰਦਾ ਹੈ ਕਿ ਅੱਜ ਮੇਰਾ ਜਨਮ ਦਿਨ ਤਾਂ ਹੈ, ਪਰ ਜੇ ਮੇਰਾ ਪੁੱਤ ਜਾਂ ਮੇਰੀ ਧੀ ਮੇਰੇ ਕੋਲ ਹੁੰਦੀ ਤੇ ਕਿੰਨਾ ਚੰਗਾ ਹੁੰਦਾ। ਵਧਾਈ ਮੈਂ ਇਸ ਕਰਕੇ ਕਹਿ ਰਿਹਾ, ਅੱਜ ਸਾਰੇ ਕਲਗੀਧਰ ਪਾਤਸ਼ਾਹ ਦੇ ਆਪਾਂ ਚਰਨਾਂ ਵਿੱਚ ਬੈਠੇ ਆ, ਭਾਵੇਂ ਅਵਤਾਰ ਦਿਹਾੜਾ ਉਹਨਾਂ ਦਾ ਮਨਾਈਏ ਭਾਵੇਂ ਨਾ ਮਨਾਈਏ, ਉਹਨਾਂ ਨੂੰ ਕੋਈ ਫਰਕ ਨਹੀਂ, ਪਰ ਹਾਂ ਅੱਜ ਉਹ ਕਿੰਨੇ ਖੁਸ਼ ਹੋਣਗੇ ਕਿ ਘੱਟੋ ਘੱਟ ਮੇਰੇ ਧੀਆਂ ਪੁੱਤਰ ਮੇਰੀ ਗੋਦੀ ਦੇ ਵਿੱਚ ਬੈਠੇ। ਗੁਰ ਸਿੱਖਾਂ ਇੱਕੋ ਪਿਆਰ, ਗੁਰ ਮਿੱਤਾਂ ਪੁੱਤਾਂ ਭਾਈਆਂ। ਦੁਨਿਆਵੀ ਪਿਆਰ ਦੇ ਵਿੱਚ ਫਰਕ ਹੁੰਦਾ ਹੈ, ਧੀ ਦਾ ਰਿਸ਼ਤਾ ਹੋਰ, ਮਾਂ ਦਾ ਹੋਰ, ਪਿਓ ਦਾ ਹੋਰ, ਭੈਣ ਦਾ ਹੋਰ, ਭਰਾ ਦਾ ਹੋਰ, ਪਰ ਕਲਗੀਧਰ ਪਾਤਸ਼ਾਹ ਦਾ ਰਿਸ਼ਤਾ ਇੱਕੋ ਹੀ ਹੈ। ਗੁਰ ਸਿੱਖਾਂ ਇੱਕੋ ਪਿਆਰ, ਗੁਰਸਿੱਖਾਂ ਦਾ ਪਿਆਰ ਇੱਕੋ ਹੀ ਹੁੰਦਾ, ਦੂਜਾ ਹੈ ਹੀ ਨਹੀਂ। ਦੂਜਾ ਇਸ ਕਰਕੇ ਨਹੀਂ ਹੈ ਕਿ ਗੁਰਸਿੱਖ ਜਦੋਂ ਦੂਜੇ ਕਿਸੇ ਗੁਰਸਿੱਖ ਨੂੰ ਜਾਂ ਕਿਸੇ ਵੀ ਬੰਦੇ ਨੂੰ ਵੇਖਦਾ ਹੈ, ਉਹਨੂੰ ਆਪਣੇ ਪਿਓ ਦੇ ਨਜ਼ਰੀਏ ਨਾਲ ਵੇਖਦਾ ਹੈ। ਪਿਓ ਦਾ ਨਜ਼ਰੀਆ ਕੀ ਹੈ? ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਬਹੁਤ ਸੋਹਣੇ ਤਰੀਕੇ ਨਾਲ, ਬੜੇ ਸੋਹਣੇ ਢੰਗ ਦੇ ਨਾਲ ਨਿਹਾਲ ਕੀਤਾ। ਸੋ ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਆਪਾਂ ਅਵਤਾਰ ਦਿਹਾੜਾ ਮਨਾ ਰਹੇ ਹਾਂ, ਕਲਗੀਧਰ ਪਾਤਸ਼ਾਹ ਆਪਣੇ ਜੀਵਨ ਨੂੰ ਬਿਆਨ ਕਰਦੇ ਨੇ। ਸ਼ੁਰੂਆਤ ਪਤਾ ਕਿੱਥੋਂ ਕਰਦੇ ਨੇ? ਅਬ ਮੈਂ ਆਪਣੀ ਕਥਾ ਬਖਾਨੋ, ਹੈ ਗੁਰਸਿੱਖੋ ਗੁਰਮੁਖੋ ਪਿਆਰੇ। ਹੁਣ ਮੈਂ ਤੁਹਾਨੂੰ ਆਪਣੀ ਕਥਾ ਸੁਣਾਉਂਦਾ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਕ ਜਿਹ ਬਿਦ ਮੋਹੇ। ਅਗਲੀਆਂ ਪੰਕਤੀਆਂ ਦੇ ਵਿੱਚ ਕਲਗੀਧਰ ਪਾਤਸ਼ਾਹ ਕੀ ਬਖਸ਼ਿਸ਼ ਕਰਦੇ ਨੇ? ਹੇਮਕੁੰਡ ਪਰਬਤ ਹੈ ਜਹਾਂ। ਅੱਜ ਕੱਲ ਕਈ ਸ਼ੰਕਾਵਾਦੀ ਸ਼ੰਕਾ ਕਰਦੇ ਨੇ ਕਿ ਹੇਮਕੁੰਡ ਦੇ ਨਾਲ ਸਾਡਾ ਕਾਹਦਾ ਰਿਸ਼ਤਾ ਹੈ ਜੀ? ਉਹ ਤਾਂ ਕਲਗੀਧਰ ਪਾਤਸ਼ਾਹ ਨੇ ਪਿਛਲੇ ਜਨਮ 'ਚ ਤਪੱਸਿਆ ਕੀਤੀ ਹੈ, ਗੁਰੂ ਤਾਂ ਸਾਡੇ ਇਸ ਜਨਮ ਦੇ ਵਿੱਚ ਬਣੇ ਨੇ। ਬੜੀਆਂ ਗੱਲਾਂ ਚੱਲ ਰਹੀਆਂ ਨੇ, ਮੈਂ ਉਧਰ ਨਹੀਂ ਜਾਣਾ ਚਾਹੁੰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹੇਮਕੁੰਡ ਪਰਬਤ ਹੈ ਜਹਾਂ ਸਪਤ ਸ਼੍ਰਿੰਗ ਸੋਭਤ ਹੈ। ਹੁਣ ਪਹਿਲੀ ਪੰਕਤੀ ਹੈ ਹੇਮਕੁੰਡ ਪਰਬਤ ਹੈ ਜਹਾਂ, ਵੀ ਜਿੱਥੇ ਹੇਮਕੁੰਡ ਪਰਬਤ ਹੈ। ਕਈ ਵਾਰੀ ਸਾਨੂੰ ਕੋਈ ਪਹਿਲੀ ਵਾਰੀ ਕੋਈ ਸੱਜਣ ਮਿਲੇ ਕਿਸੇ ਵਿਆਹ ਦੇ ਵਿੱਚ, ਜਾਂ ਬੱਸ ਦੇ ਵਿੱਚ ਜਾਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਕੋਈ ਮਿਲ ਜਾਂਦਾ ਹੈ, ਆਪਾਂ ਉਹਨੂੰ ਪੁੱਛਦੇ ਆ ਵੀ ਤੇਰਾ ਪਿੰਡ ਕਿਹੜਾ ਹੈ? ਇਹੀ ਪੁੱਛਦੇ ਆ, ਤੇਰਾ ਪਿੰਡ ਕਿਹੜਾ? ਉਹ ਕਹਿੰਦਾ ਜੀ ਮੇਰਾ ਪਿੰਡ ਕਾਠਗੜ੍ਹ ਹੈ ਜਾਂ ਧਰਮਗੜ੍ਹ। ਹੁਣ ਜੇ ਤੇ ਉਹਨੂੰ ਜਾਣਦਾ ਹੋਵੇ ਫਿਰ ਤਾਂ ਉਹ ਸਮਝ ਜਾਂਦਾ ਕਿ ਕਾਠਗੜ੍ਹ ਕਿੱਥੇ। ਜੇ ਨਾ ਪਤਾ ਹੋਵੇ ਨਾ, ਫਿਰ ਉਹ ਨਿਸ਼ਾਨੀ ਪੁੱਛਦਾ ਵੀ ਯਾਰ ਇਹ ਕਾਠਗੜ੍ਹ ਕਿੱਥੇ ਪੈਂਦਾ ਹੈ। ਫਿਰ ਉਹ ਬੰਦਾ ਦੱਸੇਗਾ ਵੀ ਬਹਿਲ ਦੇ ਲਾਗੇ ਜਾਂ ਭੁੰਨਰਹੇੜੀ ਦੇ ਲਾਗੇ। ਭੁੰਨਰਹੇੜੀ ਨੂੰ ਮੋਸਟਲੀ ਬੰਦੇ ਜਾਣਦੇ ਹੁੰਦੇ ਨੇ, ਵੱਡੇ ਸ਼ਹਿਰਾਂ ਨੂੰ। ਫਿਰ ਉਹ ਕਹਿੰਦਾ ਜੀ ਭੁੰਨਰਹੇੜੀ ਦੇ ਲਾਗੇ ਪੈਂਦਾ। ਫਿਰ ਉਹ ਬੰਦਾ ਸਮਝ ਜਾਂਦਾ ਕਿ ਭੁੰਨਰਹੇੜੀ ਭਾਵ ਪਟਿਆਲੇ ਵੱਲ ਹੈ। ਨਹੀਂ ਤੇ ਬੰਦਾ ਸੋਚੀ ਜਾਂਦਾ ਵੀ ਕਾਠਗੜ੍ਹ ਕਿੱਥੇ। ਔਰ ਕਾਠਗੜ੍ਹ ਵੀ ਪੰਜਾਬ ਦੇ ਵਿੱਚ ਇੱਕ ਨਹੀਂ, ਘੱਟੋ ਘੱਟ 6-7 ਨੇ। ਉਹ ਬੰਦਾ ਪੁੱਛਦਾ ਵੀ ਕਿੱਥੇ ਹੈ ਕਾਠਗੜ੍ਹ ਜੀ? ਭੁੰਨਰਹੇੜੀ ਕੋਲ। ਹੁਣ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੈਂ ਤਪੱਸਿਆ ਕਿੱਥੇ ਕੀਤੀ? ਹੇਮਕੁੰਡ ਪਰਬਤ ਹੈ ਜਹਾਂ, ਜਿੱਥੇ ਹੇਮਕੁੰਡ ਨਾਂ ਦਾ ਪਰਬਤ ਹੈ ਉੱਥੇ ਮੈਂ ਤਪੱਸਿਆ ਕੀਤੀ। ਹੁਣ ਸਾਡੇ ਵਰਗੇ ਸੋਚਣਗੇ ਹੇਮਕੁੰਡ ਪਰਬਤ ਕਿੱਥੇ? ਉਹਦੀ ਫਿਰ ਨਿਸ਼ਾਨੀ ਕਲਗੀਧਰ ਨੇ ਦੱਸੀ ਹੈ। ਹੇਮਕੁੰਡ ਪਰਬਤ ਹੈ ਜਹਾਂ, ਉਹ ਕਿੱਥੇ ਹੈ? ਸਪਤ ਸ਼੍ਰਿੰਗ ਸੋਭਤ ਹੈ ਤਹਾਂ। ਉੱਥੇ 7 ਚੋਟੀਆਂ ਨੇ ਹਿਮਾਲਾ ਦੀਆਂ, ਜਿਹੜੀਆਂ ਸਭ ਤੋਂ ਉੱਚੀਆਂ ਨੇ। ਉਹਨਾਂ ਦੇ ਵਿਚਾਲੇ ਜਿਹੜੀ ਦਗਾ ਪੈਂਦੀ ਹੈ ਉਹਦਾ ਨਾਂ ਹੈ ਹੇਮਕੁੰਡ। ਅੱਜ ਵੀ ਉਹ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਹੇਮਕੁੰਡ ਸਾਹਿਬ ਦੇ, ਉੱਥੇ ਉਹ ਸਰੋਵਰ ਅੱਜ ਵੀ ਹੈ, ਗੁਰੂ ਘਰ ਬਣਿਆ। ਖੈਰ ਅੱਗੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਤੈ ਹਮ ਅਣਿਕ ਤਪੱਸਿਆ ਸਾਧੀ। ਮੈਂ ਉੱਥੇ ਤਪੱਸਿਆ ਕੀਤੀ, ਬੜੀ ਭਾਰੀ ਬੜੀ ਕਠਿਨ ਤਪੱਸਿਆ ਕੀਤੀ। ਔਰ ਕੀਤੀ ਕਿਹਦੀ ਹੈ? ਮਹਾਕਾਲ ਕਾਲ ਕਾਇਆ ਰਾਧੀ। ਇੱਥੇ ਕਈ ਵਾਰੀ ਕਈ ਬੰਦੇ ਮਨ 'ਚ ਸ਼ੰਕਾ ਕਰਦੇ ਨੇ। ਕੁਝ ਇੱਕ ਕਹਿੰਦੇ ਨੇ ਕਿ ਕਲਗੀਧਰ ਪਾਤਸ਼ਾਹ ਨੇ ਕਾਲਕਾ ਦੇਵੀ ਦੀ ਆਰਾਧਨਾ ਕੀਤੀ, ਕੁਝ ਇੱਕ ਇਹਦਾ ਖੰਡਨ ਕਰ ਦਿੰਦੇ ਨੇ, ਕੁਝ ਹੋਰ ਕਹਿੰਦੇ ਨੇ। ਪਰ ਮੇਰੇ ਪਾਤਸ਼ਾਹ ਨੇ ਇਹਨੂੰ ਸਾਫ਼ ਕੀਤਾ ਹੈ। ਗੁਰਦੇਵ ਕਹਿੰਦੇ ਨੇ ਮੈਂ ਪਤਾ ਕਿਹਦੀ ਤਪੱਸਿਆ ਕੀਤੀ। ਇੱਕ ਵਾਰੀ ਸਾਰੇ ਨਾਲ ਗੱਜ ਵੱਜ ਕੇ ਸ਼ਬਦ ਦੇ ਵਿੱਚ ਬੋਲਣ ਦੀ ਕਿਰਪਾਲਤਾ ਕਰਿਓ। ਅਨਿਕ ਤਪੱਸਿਆ ਸਾਧੀ ਤੈ ਹਮ ਅਨਿਕ ਤਪੱਸਿਆ ਸਾਧੀ। ਅਨਿਕ ਤਪੱਸਿਆ ਸਾਧੀ ਤੈ ਹਮ ਅਨਿਕ ਤਪੱਸਿਆ ਸਾਧੀ।
तै हम अनिक तपस्या साधी महाकाल, काल का आराधी गुरदेव कलगीधर पातशाह कहते मैं पता किहड़ी तपस्या कीती है। आपां जिन्ने भी बैठे आ सारे काल दे अधीन आ। काल दा मतलब कि सानू सारिਆਂ ਨੂੰ मौत आउणी है, कोई भी मौत तो नहीं बचेगा। असी सारे काल दे अधीन आ। हुण सवाल ये पैदा होंदा है कि काल किहदे अधीन है? असी सारे काल दे अधीन आ ते काल किहदे अधीन है? सतगुरु कलगीधर पातशाह कहंदे ने जिहड़ा काल है वो महाकाल दे अधीन है। महाकाल कौन है? परमेश्वर, जिन्हों आपां वाहिगुरु खुदा अल्लाह ताला कहंदे आ। कलगीधर पातशाह कहंदे ने मैं उस महाकाल दी आराधना कीती जिहदे काल भी जिहदे अधीन है। महाकाल काल का आराधी, जिहड़ा काल दा भी महाकाल है, मैं उहदी आराधना कीती। फिर अगे कलगीधर पातशाह कहंदे ने यह विध करत तपस्या भयो। जुगत की बनी बनत की बनी, तपस्या करदे करदे द्वैत एक रूप होए गए हो। मैं ते मेरा परमेश्वर तप करदे करदे असी दोनों इक्को ही रूप हो गए। बाणी दे विच बाबा फरीद जी दा श्लोक आउंदा है, फरीदा आप सवारे मैं मिले। ऐ जीव तू अपने आप नूं सवार। सवारन दा मतलब ये नहीं कि चेहरे नूं क्रीमा ला के चमकाउणा जां कपड़े नवें वधिया पाउणे, ये नहीं है। सवारन दा मतलब मेरे पातशाह बाणी विच कहंदे ने अपना अंदर सवार, अपने मन नूं साफ कर। दूजा श्लोक पढ़ो, आपां पिंडां दे रहण वाले जिमीदार बैठे आ। जदों कोई बंदा नवीं जमीन खरीददा ना, वो दो चीज़ां वेखदा है। पहली गल तो वेखदा है कि जमीन पद्धरी है जां उच्ची नीवीं है। जे जमीन पद्धरी है, लैवल दे विच है, उहदा रेट होर है, ते जे जमीन उच्ची नीवीं है ना टिब्बियां वाली, उहदा रेट होर है। दूजी कोशिश हुंदी है बंदे दी कि जिहड़ी मैं जमीन खरीद रहा इत्थे किते पानी दी मार ते नहीं है। कई वारी कई एरिए इदां दे हुंदे ने जदों बरसात ज़्यादा पैंदी है उत्थे पानी भर जाता, वो किसी पासे निकलण दा राह नहीं हुंदा, वो फसल मारी जाती है। जिमींदार ये चीज़ां दो चीज़ां जरूर नोट करदा कि जमीन पद्धरी है, उच्ची नीवीं तां नहीं, पानी दी मार तां नहीं। इत्थे बाबा फरीद जी कहंदे ने जदों तूं जमीन खरीदण लगे ये वेखदा है कि तेरी जमीन उच्ची नीवीं ना होवे, और जे होवे भी ਉਹਨੂੰ ਪੱਧਰੀ ਕਰਦਾ ਕਿਰਾਏ ਨਾਲ ਜਾਂ ਕਿਸੇ ਵੀ ਸਾਧਨ ਨਾਲ ਉਹਨੂੰ ਪੱਧਰੀ ਕਰਦਾ। ਬਾਬਾ ਫਰੀਦ ਜੀ ਕਹਿੰਦੇ ਨੇ ਜਦੋਂ ਤੂੰ ਜ਼ਮੀਨ ਲੈ ਕੇ ਪੱਧਰੀ ਕਰਦਾ, ਤੈਨੂੰ ਪਤਾ ਜੇ ਪੱਧਰੀ ਨਾ ਹੋਈ ਫਸਲ ਨਹੀਂ ਹੋਣੀ, ਫਿਰ ਆਪਣੇ ਮਨ ਨੂੰ ਵੀ ਪੱਧਰਾ ਕਰ। ਇਹਦੇ ਵਿੱਚ ਵੀ ਬੜੇ ਟੋਏ ਟਿੱਬੇ ਨੇ, ਬਹੁਤ ਨੇ। ਫਰੀਦਾ ਮਨ ਮੈਦਾਨ ਕਰ, ਇਹ ਆਪਣੇ ਮਨ ਨੂੰ ਵੀ ਮੈਦਾਨ ਕਰ, ਪੱਧਰਾ ਕਰ, ਟੋਏ ਟਿੱਬੇ ਲਾਹੇ। ਪਰ ਅੱਜ ਸਾਡੀ ਹਾਲਤ ਕੀ ਹੈ? ਕਲਯੁਗ ਦਾ ਦੌਰ ਚੱਲ ਰਿਹਾ ਹੈ। पहली गल तां सानू कोई चज की गल सुनन नूं मिलदी नहीं, ना सुनाउण वाला मिलदा। जे सुनाउण वाला मिलदा ते साडे मनां दी दशा इहो जी हो गई है कि असीं उहनूं मन्नण वास्ते जां सुनन वास्ते तैयार नहीं। असीं ओह सुनना चाहुंदे आ जो साडे मन नूं चंगा लगदा, असीं ओह नहीं सुनना चाहुंदे जो गुरु कहंदा है। हुण सतगुर पातशाह कहंदे ने गुर सिख मीत चलो गुर चाली। एक बारी ना सारे शरधा दे नाल भावना दे नाल ना सारे मन दे विच प्रेम पैदा करके कहो धन श्री गुरु ग्रंथ साहिब जी, धन श्री गुरु ग्रंथ साहिब जी। और दूजे नंबर ते ना कलगीधर पातशाह दा धन्नवाद करया करो। पता क्यों? ये तो है ही कि उन्होंने साडे वास्ते 4 पुत्र कुर्बान किए। यह भी है कि उन्होंने माता का बलिदान दिता। यह भी है कि उन्होंने साडे वास्ते अपने पिता का सीस धड़ तो जुदा करवाया। यह भी है कि उन्होंने पूरा सरबंस कुर्बान साडे तो कर दिता, लुटा दिता। यह भी है कि साडे वास्ते कदे वो माछीवाड़े के जंगलों के विच, कदे चमकौर की गढ़ी दे विच बिना जोड़ियां तो नंगे चरण नंगे पैर तुरदे रहे साडे वास्ते। इस करके तो धन्नवाद करना है। पर खास धन्नवाद पता किहड़ी गल दा करना है? जिहड़ी मेन गल ते मैं आप जी नूं लियाउणा चाहुंदा है। स्पैशल धन्नवाद शुकराना हालांकि आपां कर नहीं सकते,
ਉਹ ਕਲਗੀਧਰ ਪਾਤਸ਼ਾਹ ਦਾ ਕਰਨਾ ਹੈ। ਕਿਹੜੀ ਗੱਲ ਕਰਕੇ ਕਿ ਉਹਨਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਿੱਤਾ। ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਨਾ ਲਾਇਆ ਹੁੰਦਾ ਤੇ ਅੱਜ ਜਿਹੜੀ ਸੰਸਾਰ ਦੀ ਹਾਲਤ ਹੈ ਨਾ, ਅੱਜ ਵੀ ਹਜ਼ਾਰਾਂ ਸੈਂਕੜੇ ਕੀ ਹਜ਼ਾਰਾਂ ਦੇਹਧਾਰੀ ਸੰਸਾਰ ਦੇ ਵਿੱਚ ਤੁਰੇ ਫਿਰਦੇ ਨੇ ਅੱਜ ਵੀ, ਔਰ ਲੋਕੀ ਅੱਜ ਵੀ ਉਹਨਾਂ ਦਾ ਖਹਿੜਾ ਨਹੀਂ ਛੱਡਦੇ। ਕਲਗੀਧਰ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗਤੀ ਦੇਣ ਦੇ ਬਾਵਜੂਦ ਵੀ ਲੋਕੀ ਕੱਚੇ ਗੁਰੂਆਂ ਦਾ ਖਹਿੜਾ ਨਹੀਂ ਛੱਡ ਰਹੇ। ਤੇ ਜੇ ਗੁਰੂ ਸਾਹਿਬ ਨੂੰ ਗੁਰਤਾ ਗੁਰਗਤੀ ਨਾ ਦਿੱਤੀ ਹੁੰਦੀ, ਅੱਜ ਸਾਡੀ ਹਾਲਤ ਕੀ ਹੁੰਦੀ? ਕਦੇ ਸੋਚਿਆ? ਸਾਡਾ ਬਣਦਾ ਕੀ? ਕਦੇ ਕਿਸੇ ਨੇ ਧਿਆਨ ਨਾਲ ਇਸ ਗੱਲ ਵੱਲ ਨਿਗਾਹ ਮਾਰੀ? ਜਦੋਂ ਨੰਦੇੜ ਦੀ ਧਰਤੀ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਜਾਣ ਦੀ ਤਿਆਰੀ ਕੀਤੀ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਕੀਤੇ ਗਏ, ਚਾਂਦਣੀ ਚੰਦੋਆ ਬਣ ਕੇ ਪ੍ਰਕਾਸ਼ ਕੀਤੇ ਗਏ, ਉੱਚੀ ਥਾਂ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਏ, ਆ ਕੇ 5 ਪੈਸੇ ਤੇ ਨਾਰੀਅਲ ਰੱਖਿਆ। ਅੱਜ ਕੱਲ ਕਈ ਨਾ ਇਸੇ ਗੱਲ ਤੇ ਸ਼ੰਕਾ ਕਰੀ ਜਾਂਦੇ ਨੇ, ਇਹ ਬਾਹਮਣਵਾਦ ਹੈ ਜੀ, ਇਹ ਹਿੰਦੂਵਾਦ ਹੈ ਜੀ, ਨਾਰੀਅਲ ਰੱਖਣਾ, ਖੰਡ ਪਾਠ ਦੇ ਉੱਤੇ ਜੋਤ ਜਗਾਉਣੀ, ਇਹ ਬਾਹਮਣਵਾਦ ਹੈ। ਮੈਨੂੰ ਇੱਕ ਗੱਲ ਦੱਸੋ, ਸਾਡੇ ਵਿੱਚੋਂ ਕੋਈ ਇਹੋ ਜਿਹਾ ਨਹੀਂ ਹੋਣਾ ਜਿਹੜਾ ਨਾਰੀਅਲ ਨਹੀਂ ਖਾਂਦਾ। ਜੇ ਬਾਹਮਣਵਾਦ ਹੀ ਹੈ ਤੇ ਨਾਰੀਅਲ ਖਾਂਦੇ ਕਿਉਂ ਬਈ? ਨਾ ਖਾਓ। ਕਈਆਂ ਮੰਦਰਾਂ ਦੇ ਵਿੱਚ ਸਾਡੇ ਵਿੱਚ ਕਈ ਹਿੰਦੂ ਵੀਰ ਬੈਠੇ ਹੋਣਗੇ, ਕਈਆਂ ਮੰਦਰਾਂ ਦੇ ਵਿੱਚ ਕੜਾਹ ਦੀ ਉੱਥੇ ਦੇਗ ਬਣਦੀ, ਦੇਵੀਆਂ ਦੇ ਮੰਦਰਾਂ ਚ ਆਮ ਬਣਦੀ ਹੈ, ਕੜਾਹ ਦੀ ਜਿਹੜੀ ਦੇਗ ਆ ਉਹ ਵਰਤਾਈ ਜਾਂਦੀ ਹੈ। ਹੁਣ ਜੇ ਇਹ ਚੀਜ਼ਾਂ ਹਿੰਦੂਵਾਦ ਨੇ, ਫਿਰ ਦੇਗ ਕਿਉਂ ਬਣਾਉਂਦੇ ਹੋ? ਬਣਾ ਲਾਂਗੇ, ਫਿਰ ਤਾਂ ਮਤਲਬ ਹੀ ਨਹੀਂ। ਸੱਚਖੰਡ ਸ੍ਰੀ ਹਜੂਰ ਸਾਹਿਬ ਕਦੇ ਜਾਓ, ਉੱਥੇ ਆਰਤੀ ਦੇਖਿਓ ਸ਼ਾਮ ਨੂੰ ਹੁੰਦੀ ਹੈ ਜਦੋਂ। ਖੈਰ ਮੈਂ ਇਸ ਵਾਦ ਵਿਵਾਦ ਵਿੱਚ ਪੈਣਾ ਨਹੀਂ ਚਾਹੁੰਦਾ, ਕਿਉਂਕਿ ਸਾਡਾ ਅੱਜ ਦਾ ਪ੍ਰਸੰਗ ਇਹ ਨਹੀਂ ਹੈ। ਪਰ ਮੇਰੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਤੈ ਹਮ ਅਣਕ ਤਪੱਸਿਆ ਸਾਧੀ ਮਹਾਕਾਲ ਕਾਲਕਾਰਾ ਦੀ। ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੁਰਗੱਦੀ ਨਾ ਦਿੰਦੇ ਤੇ ਸਾਡਾ ਹਾਲ ਕੀ ਹੁੰਦਾ? ਬਾਣੀ ਪੜ੍ਹ ਕੇ ਵੇਖੋ, ਵਾਇਣ ਚੇਲੇ ਨੱਚਣ ਗੁਰ, ਪੈਰ ਹਿਲਾਇਣ ਫੇਰਨ ਸਿਰ। ਇਹ ਅੱਜ ਕੱਲ ਦੇ ਗੁਰੂਆਂ ਦਾ ਹਾਲ ਹੈ, ਤੇ ਚੇਲੇ ਤਾਂ ਉਹਨਾਂ ਤੋਂ ਵੀ ਅੱਗੇ ਲੰਘੇ ਪਏ ਨੇ। ਇੱਕ ਵਾਰੀ ਨਾ ਕੋਈ ਗੁਰੂ ਸੀਗਾ, ਉਹਨੇ ਕੀ ਕਰਨਾ, ਜਦੋਂ ਮੱਸਿਆ ਦੀ ਰਾਤ ਆਉਣੀ, ਅੱਗ ਬਾਲ ਲੈਣੀ, ਅੱਗ ਬਾਲ ਕੇ ਹਵਨ ਕਰਨਾ। ਇੱਕ ਬਹੁਤ ਵੱਡਾ ਲੱਕੜ ਦਾ ਪਲੰਘ ਤਿਆਰ ਕੀਤਾ ਸੀ ਉਹਨੇ, ਉਹ ਪਲੰਘ ਦੇ ਉੱਤੇ ਬਹਿ ਜਾਂਦਾ ਚੌਂਕੜਾ ਮਾਰ ਕੇ, ਅੱਗੇ ਅੱਗ ਬਾਲ ਲੈਂਦਾ, ਸਾਰੀ ਸਮੱਗਰੀ ਰੱਖ ਲੈਂਦਾ। ਜਦੋਂ ਸਾਰੀ ਸਮੱਗਰੀ ਰੱਖ ਲੈਂਦਾ ਤੇ ਆਪਣੀ ਪੂਜਾ ਸ਼ੁਰੂ ਕਰ ਦਿੰਦਾ। 2 ਉਹਦੇ ਚੇਲੇ ਸਨ, ਇੱਕ ਖੱਬੇ ਬਹਿ ਜਾਂਦਾ, ਇੱਕ ਸੱਜੇ ਬਹਿ ਜਾਂਦਾ। ਹੁਣ ਜਿਹੜੇ ਚੇਲੇ ਸਨ ਉਹ ਵੀ ਸਾਡੇ ਵਰਗੇ ਸਨ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ। ਜੇ ਤਾਂ ਸਾਡੀਆਂ ਗੱਲਾਂ ਸੁਣੀਆਂ ਜਾਣ, ਫਿਰ ਤਾਂ ਸਾਡੇ ਵਰਗਾ ਗੁਰਸਿੱਖ ਕੋਈ ਵੀ ਨਹੀਂ ਹੈਗਾ, ਸਾਡੇ ਵਰਗਾ ਚੰਗਾ ਕੋਈ ਨਹੀਂ। ਤੇ ਜੇ ਕੋਈ ਸਾਡਾ, ਮੇਰੇ ਪਾਤਸ਼ਾਹ ਕਹਿੰਦੇ ਨੇ, ਆਚਰਨ ਦੇਖੇ ਨਾ, ਸਾਡੇ ਕਰਮ ਦੇਖੇ, ਫੇਰ ਭੇਤ ਖੁੱਲਦਾ ਵੀ ਤੂੰ ਹੈ ਕੀ ਹੈ, ਸਮਝੀ ਕੀ ਫਿਰਦਾ, ਤੂੰ ਹੈ ਕੀ ਹੈ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧੋ ਕਾਲੀਆਂ, ਹਿਰਦੈ ਮਨ ਸਾਡੇ ਕਾਲੇ। ਪਰ ਬਾਹਰੋਂ ਅਸੀਂ ਇਦਾਂ ਕਰਦੇ ਆਂ ਵੀ ਸਾਡੇ ਵਰਗਾ ਕੋਈ ਚੰਗਾ ਹੀ ਨਹੀਂ, ਸਾਡੇ ਵਰਗਾ ਕੋਈ ਗੁਰਸਿੱਖ ਨਹੀਂ। ਪਰ ਇੱਕ ਗੱਲ ਦਾ ਖਿਆਲ ਰੱਖਿਓ, ਕੋਈ ਨਿਤਨੇਮ ਕਰਦਾ, ਚੰਗੀ ਗੱਲ ਹੈ। ਕੋਈ ਬਾਣੀ ਪੜ੍ਹਦਾ, ਪੜ੍ਹਨੀ ਚਾਹੀਦੀ, ਸਾਡਾ ਰਸਤਾ ਹੈ, ਮਾਰਗ ਹੈ। ਕੋਈ ਸੇਵਾ ਕਰਦਾ, ਉਹ ਵੀ ਸਾਡਾ ਮਾਰਗ ਹੈ। ਪਰ ਜੇ ਕੋਈ ਬੰਦਾ ਸੋਚੇ ਨਾ ਕਿ ਮੈਂ ਬੜੀ ਬਾਣੀ ਪੜ੍ਹ ਕੇ, ਮੈਂ ਬੜੀ ਸੇਵਾ ਕਰਕੇ, ਜਾਂ ਮੈਂ ਬੜੇ ਪੁੰਨਦਾਨ ਕਰਕੇ ਬਹੁਤ ਵੱਡਾ ਗੁਰਮੁਖ ਬਣ ਗਿਆ ਤੇ ਤਾਂ ਲੋਕੀ ਮੇਰਾ ਸਤਿਕਾਰ ਕਰਦੇ ਨੇ, ਇਹ ਸਾਡੇ ਮਨ ਦਾ ਭੁਲੇਖਾ ਹੈ। ਜੇ ਸਾਡਾ ਸਤਿਕਾਰ ਹੁੰਦਾ ਹੈ, ਸਾਡੇ ਬਾਣੇ ਕਰਕੇ ਹੁੰਦਾ ਹੈ, ਤੇ ਬਾਣੇ ਕਰਕੇ ਲੋਕੀ ਸਾਡਾ ਸਤਿਕਾਰ ਤਾਂ ਕਰਦੇ ਨੇ, ਉਹ ਕਹਿੰਦੇ ਨੇ ਆ ਗੁਰੂ ਕਲਗੀਧਰ ਦੀ ਔਲਾਦ ਹੈ, ਇਹ ਕਲਗੀਧਰ ਪਾਤਸ਼ਾਹ ਦੀ ਔਲਾਦ ਹੈ। ਪਿੰਡ ਦੇ ਵਿੱਚ ਬੱਚਿਆਂ ਦੇ ਸਾਰਿਆਂ ਦੇ ਬੱਚੇ ਹੁੰਦੇ ਨੇ, ਜਦੋਂ ਗਲੀ ਵਿੱਚੋਂ ਲੰਘਦੇ ਨੇ ਨਾ, ਕੋਈ ਛੇਤੀ ਕਿਤੇ ਕਿਸੇ ਬੱਚੇ ਨੂੰ ਬੁਲਾਉਂਦਾ ਨਹੀਂ ਹੈ। ਪਰ ਜੇ ਕਿਸੇ ਐਸਐਸਪੀ ਡੀਐਸਪੀ ਦਾ ਬੱਚਾ ਜਾਂਦਾ ਹੋਵੇ ਨਾ, ਉਹਨੂੰ ਲੋਕੀ ਬੁਲਾ ਕੇ ਪੁੱਛਦੇ ਨੇ, ਕਾਕਾ ਤੇਰਾ ਕੀ ਹਾਲ ਹੈ, ਤੇਰੇ ਡੈਡੀ ਦਾ ਕੀ ਹਾਲ ਹੈ? ਪਤਾ ਕਿਉਂ? ਉਹਨਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਇਹਦੇ ਪਿਓ ਦੀ ਲੋੜ ਹੀ ਨਾ ਪੈ ਜਾਏ।
ਕਿਤੇ ਜ਼ਰੂਰਤ ਨਾ ਪੈ ਜਾਏ, ਉਹਨੂੰ ਲੋਕੀ ਜ਼ਰੂਰ ਪੁੱਛਦੇ ਨੇ। ਸਾਡੇ ਕਰਕੇ ਸਾਨੂੰ ਕੋਈ ਨਹੀਂ ਪੁੱਛਦਾ, ਕਲਗੀਧਰ ਪਾਤਸ਼ਾਹ ਕਰਕੇ ਸਾਡੀ ਪੁੱਛ ਹੈ। ਧੰਨਵਾਦ ਕਲਗੀਧਰ ਪਾਤਸ਼ਾਹ ਦਾ, ਜਿਨ੍ਹਾਂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਹੁਣ ਉਹ ਗੁਰੂ ਹੈ, ਇੱਕ ਖੱਬੇ ਬੈਠਾ ਇੱਕ ਸੱਜੇ ਬੈਠਾ, ਉਹ ਪੂਜਾ ਸ਼ੁਰੂ ਕਰ ਦਿੰਦਾ ਮੱਸਿਆ ਦੀ ਰਾਤ, ਹਰ ਮੱਸਿਆ ਤੇ ਐਵੇਂ ਹੀ ਕਰਦਾ। ਇੱਕ ਦਿਨ ਕੀ ਹੋਇਆ, ਮੱਸਿਆ ਵਾਲੇ ਦਿਨ ਉਹ ਗੁਰੂ ਨੇ ਅੱਗ ਬਾਲ ਲਈ। ਅੱਗ ਬਾਲ ਕੇ ਉਹ ਚੌਂਕੜੇ ਮਾਰ ਕੇ ਉੱਥੇ ਪਲੰਘੇ ਤੇ ਬਹਿ ਗਿਆ, ਸਾਰਾ ਸਮਾਨ ਰੱਖ ਲਿਆ। ਜਦੋਂ ਹਵਨ ਸ਼ੁਰੂ ਕਰਨ ਲੱਗਾ, ਉਹਦੇ ਦਿਮਾਗ ਵਿੱਚ ਇੱਕ ਗੱਲ ਆਈ ਕਿ ਬਾਕੀ ਤਾਂ ਮੈਂ ਸਾਰਾ ਸਮਾਨ ਇਕੱਠਾ ਕਰ ਲਿਆ, ਪਰ ਤੁਲਸੀ ਨਹੀਂ ਰੱਖੀ। ਤੁਲਸੀ ਇੱਕ ਛੋਟਾ ਜਿਹਾ ਪੌਦਾ ਹੁੰਦਾ, ਆਪਾਂ ਦੇਖਿਆ ਹੋਣਾ ਸਾਰਿਆਂ ਨੇ, ਕਈ ਸਿਆਣੇ ਬੰਦੇ ਉਹਨੂੰ ਚਾਹ ਚ ਪਾ ਕੇ ਪੀਂਦੇ ਨੇ, ਸਰਦੀਆਂ ਵਾਸਤੇ ਹੈ ਵੀ ਵਧੀਆ। ਉਹਨੇ ਵੇਖਿਆ ਵੀ ਤੁਲਸੀ ਨਹੀਂ ਹੈ। ਹੁਣ ਉਸ ਗੁਰੂ ਦਾ ਪ੍ਰਣ ਕੀ ਸੀ ਕਿ ਜਦੋਂ ਚੌਂਕੜਾ ਮਾਰ ਕੇ ਬਹਿ ਜਾਂਦਾ ਸੀ ਨਾ, ਉੱਠਦਾ ਨਹੀਂ ਸੀ, ਉਹ ਪਲੰਘੇ ਤੋਂ ਉੱਠਦਾ ਨਹੀਂ ਸੀ। ਚੌਂਕੜਾ ਮਾਰ ਕੇ ਬਹਿ ਗਿਆ, ਇੱਕ ਖੱਬੇ ਬੈਠਾ ਇੱਕ ਸੱਜੇ ਬੈਠਾ। ਜਦੋਂ ਵਿਭੂਤੀ ਉਹਨੂੰ ਕਹਿੰਦੇ ਨੇ ਜਿਹੜੇ ਹਵਨ ਚ ਪਾਉਂਦੇ ਨਾ ਸਮੱਗਰੀ, ਜਦੋਂ ਲੱਗਾ ਪਾਉਣ, ਉਹਦੇ ਇੱਕਦਮ ਖਿਆਲ ਆਇਆ ਵੀ ਤੁਲਸੀ ਰਹਿ ਗਈ। ਜਿਹੜਾ ਖੱਬੇ ਪਾਸੇ ਚੇਲਾ ਬੈਠਾ ਸੀ ਉਹਨੂੰ ਕਹਿੰਦਾ, ਕਾਕਾ ਤੁਲਸੀ ਨਹੀਂ ਆਈ, ਬਾਕੀ ਤਾਂ ਸਾਰਾ ਸਮਾਨ ਆ ਗਿਆ, ਜਾਂ ਤੁਲਸੀ ਲੈ ਕੇ ਆ। ਹੁਣ ਉਹ ਚੇਲਾ ਸੀ ਸਾਡੇ ਵਰਗਾ, ਗੱਲੀ ਅਸੀਂ ਚੰਗੀਆਂ ਆਚਾਰੀ, ਸੋਚਦੇ ਆ ਕਿ ਸਾਡਾ ਸਤਿਕਾਰ ਬਹੁਤ ਹੋਵੇ, ਲੋਕੀ ਸਾਨੂੰ ਪੂਜਣ, ਇਹ ਬੜੇ ਗੁਰਸਿੱਖ ਨੇ, ਪਰ ਸਾਨੂੰ ਕਰਨਾ ਕੁਝ ਨਾ ਪਵੇ, ਸਾਨੂੰ ਕੁਝ ਕਰਨਾ ਨਾ ਪੈ ਜੇ, ਪੂਜਾ ਸਾਡੀ ਪੂਰੀ ਹੋਵੇ, ਸਤਿਕਾਰ ਪੂਰਾ ਹੋਵੇ ਕਿ ਬੜੇ ਵੱਡੇ ਗੁਰਸਿੱਖ ਨੇ, ਪਰ ਸਾਨੂੰ ਕੋਈ ਘਾਲਣਾ ਨਾ ਘਾਲਣੀ ਪੈ ਜਾਵੇ। ਇੱਥੇ ਕਈ ਬੀਬੀਆਂ ਹੋਣਗੀਆਂ, ਸਾਡੀਆਂ ਧੀਆਂ ਭੈਣਾਂ ਦੀ ਕਈ ਵਾਰੀ ਸ਼ਾਦੀ ਹੋ ਜਾਂਦੀ ਹੈ, 1 ਸਾਲ 2 ਸਾਲ ਹੱਦ 3 ਸਾਲ, 3 ਜਾਂ 4 ਸਾਲ ਦੇ ਬਾਅਦ ਉਸ ਧੀ ਭੈਣ ਦੇ ਘਰੇ ਭਾਵੇਂ ਧੀ ਹੋਵੇ ਭਾਵੇਂ ਪੁੱਤਰ ਹੋਵੇ, ਬੱਚਾ ਜ਼ਰੂਰ ਹੁੰਦਾ। ਤੇ ਜੇ 4 5 6 ਸਾਲ ਬੱਚਾ ਨਾ ਹੋਵੇ, ਤੇ ਜੇ ਉਹਨੂੰ ਕਹੀਏ ਜਾਂ ਉਹਦੀ ਸੱਸ ਨੂੰ ਕਹੀਏ ਜਾਂ ਸਹੁਰੇ ਨੂੰ ਕਹੀਏ ਵੀ ਚਲੋ ਬਈ ਅੱਜ ਗੁਰਪੁਰਬ ਹੈ, ਗੁਰਦੁਆਰੇ ਚੱਲੀਏ, ਉਹਦਾ ਜਵਾਬ ਪਤਾ ਕੀ ਹੁੰਦਾ? 7 ਸਾਲ ਧੀ ਵਿਆਹੀ ਨੂੰ ਹੋ ਗਏ ਜਾਂ ਨੂੰਹ ਵਿਆਹੀ ਨੂੰ ਹੋ ਗਏ, ਕੋਈ ਬੱਚਾ ਨਹੀਂ ਹੋਇਆ, ਕੀ ਫਾਇਦਾ ਗੁਰਦੁਆਰੇ ਕੀ ਕਰਨਾ ਜਾ ਕੇ? ਇਹ ਜਵਾਬ ਹੁੰਦਾ ਸਾਡਾ। ਉੱਥੇ ਕੀ ਕਰਨਾ ਜਾ ਕੇ, ਮਿਲਿਆ ਤਾਂ ਕੁਛ ਹੈ ਨਹੀਂ। ਪਰ ਸਾਰੇ ਇੱਕ ਵਾਰੀ ਗੱਜ ਵੱਜ ਕੇ ਕਹੋ, ਧੰਨ ਮਾਤਾ ਗੁਜਰੀ। 27ਵਾਂ ਸਾਲ ਕੋਈ 5 ਸਾਲ ਨਹੀਂ, ਕੋਈ 10 ਸਾਲ 15 ਸਾਲ ਨਹੀਂ, ਕੋਈ 20 ਸਾਲ ਨਹੀਂ, 27 ਸਾਲ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਾਬੇ ਬਕਾਲੇ ਦੀ ਧਰਤੀ ਦੇ ਭੋਰੇ ਦੇ ਵਿੱਚ ਬੈਠੇ। 27 ਸਾਲ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਹੁਕਮ ਸੀ ਆਪਣੀ ਮਾਤਾ ਨਾਨਕੀ ਨੂੰ ਕਿ ਗੁਜਰੀ ਨੂੰ ਸਾਡੇ ਮੱਥੇ ਨਹੀਂ ਲਾਉਣਾ। ਹੋਇਆ ਵੀ ਐਸਾ ਹੀ। 27 ਸਾਲ ਭੋਰੇ। ਅੱਜ ਕੱਲ ਇਹ ਵੀ ਬੜਾ ਪ੍ਰਚਾਰ ਚੱਲਦਾ ਹੈ ਕਿ 9ਵੇਂ ਪਾਤਸ਼ਾਹ ਦਾ ਭੋਰੇ ਦੇ ਵਿੱਚ ਬੈਠੇ ਹੀ ਨਹੀਂ ਜੀ। ਜੇ ਬੈਠੇ ਨੇ ਉਹ ਕਦੇ ਕਦੇ ਬਹਿੰਦੇ ਸੀ ਤੇ ਕਦੇ ਕਦੇ ਪ੍ਰਚਾਰ ਕਰਨ ਚਲੇ ਜਾਂਦੇ ਸੀ। ਇਹ ਵੀ ਚੱਲਦਾ। ਹੁਣ ਥੋੜਾ ਜਿਹਾ ਉਹਨਾਂ ਬੰਦਿਆਂ ਨੂੰ ਕਹੋ ਵੀ ਆਪਣੀ ਅਕਲ ਨੂੰ ਹੱਥ ਮਾਰੋ। ਬਾਬਾ ਮੱਖਣ ਸ਼ਾਹ ਲਵਾਣੇ ਦੀ ਸਾਖੀ ਆਪਾਂ ਸਾਰਿਆਂ ਨੇ ਸੁਣੀ ਹੈ ਕਿ ਉਹਦਾ ਬੇੜਾ ਸਮੁੰਦਰ ਵਿੱਚ ਡੋਲੇ ਖਾ ਗਿਆ। ਉਹਨੇ ਦੇਵੀ ਦੇਵਤਿਆਂ ਦੀ ਆਰਾਧਨਾ ਕੀਤੀ ਪਰ ਉਹਦਾ ਬੇੜਾ ਬੰਨੇ ਨਹੀਂ ਲੱਗਿਆ। ਮੈਂ ਇਤਿਹਾਸ ਬਹੁਤ ਲੰਮਾ, ਮੈਂ ਸੰਖੇਪ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ। ਸੁਣਿਆ ਵੈਸੇ ਆਪ ਜੀ ਸਾਰਿਆਂ ਨੇ, ਇੱਕ ਵਾਰੀ ਨਹੀਂ ਕਈ ਵਾਰੀ ਸੁਣਿਆ ਹੋਣਾ। ਜਦੋਂ ਉਹਦਾ ਬੇੜਾ ਬੰਨੇ ਨਾ ਲੱਗਾ ਫਿਰ ਉਹ ਆਪਣੇ ਗੁਰਸਿੱਖ ਜਿਹੜੇ ਉਹਦੇ ਨਾਲ ਸਨ, ਕੁਝ ਗੁਰਸਿੱਖ ਬੰਦੇ ਉਹਦੇ ਕੋਲ ਨੌਕਰੀ ਕਰਦੇ ਸਨ ਉਹਦੇ ਜਹਾਜ਼ ਦੇ ਵਿੱਚ, ਉਹਨਾਂ ਨੂੰ ਪੁੱਛਦਾ ਵੀ ਕੋਈ ਹੋਰ ਦੇਵੀ ਦੇਵਤਾ ਹੈ ਜਿਹਨੂੰ ਅਸੀਂ ਅਰਦਾਸ ਕਰਕੇ ਆਪਣਾ ਬੇੜਾ ਬੰਨੇ ਲਾ ਸਕੀਏ। ਇੱਕ ਗੁਰਸਿੱਖ ਸੀ ਗੁਰੂ ਨਾਨਕ ਦੇ ਮੰਨਣ ਵਾਲਾ, ਉਹਨੇ ਆਖਿਆ ਸੇਠ ਜੀ ਹੋਰ ਤੇ ਮੈਨੂੰ ਪਤਾ ਨਹੀਂ, ਪਰ ਮੈਂ ਗੁਰੂ ਨਾਨਕ ਦੇ ਘਰ ਨੂੰ ਮੰਨਣ ਵਾਲਾ ਗੁਰਸਿੱਖ ਆ। ਮੈਨੂੰ ਇੰਨਾ ਪਤਾ ਹੈ ਜੇ ਗੁਰੂ ਨਾਨਕ ਦੇ ਘਰੋਂ ਕੋਈ ਕੁਝ ਮੰਗੇ ਉਹ ਖਾਲੀ ਨਹੀਂ ਮੁੜਦਾ। ਹੁਣ ਬਾਬਾ ਮੱਖਣ ਸ਼ਾਹ ਕਦੇ ਗੁਰੂ ਘਰ ਤੱਕ ਗਿਆ ਨਹੀਂ ਸੀ, ਪਤਾ ਹੀ ਨਹੀਂ ਸੀ ਗੁਰੂ ਨਾਨਕ ਕੌਣ ਹੈ। ਉਹਨੇ ਆਖਿਆ ਗੁਰੂ ਨਾਨਕ ਕੌਣ ਹੈ, ਕਿੱਥੇ ਰਹਿੰਦਾ ਹੈ? ਸਿੱਖ ਨੇ ਆਖਿਆ ਸੇਠ ਜੀ ਗੁਰੂ ਨਾਨਕ ਸਰੀਰ ਕਰਕੇ ਇਸ ਸਮੇਂ ਸੰਸਾਰ ਦੇ ਵਿੱਚ ਨਹੀਂ, ਚਲਾਣਾ ਕਰ ਚੁੱਕੇ ਨੇ, ਪਰ ਉਹਨਾਂ ਦੀ ਥਾਂ ਤੇ 8ਵੇਂ ਗੁਰੂ ਹੋਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਉਹ ਵੀ ਸਰੀਰ ਛੱਡ ਚੁੱਕੇ ਨੇ। ਬਾਬਾ ਮੱਖਣ ਸ਼ਾਹ ਨੇ ਕਿਹਾ ਉਹਨਾਂ ਤੋਂ ਬਾਅਦ ਕੋਈ 9ਵਾਂ ਤਾਂ ਹੋਊਗਾ। ਉਹ ਸਿੱਖ ਨੇ ਆਖਿਆ ਸੇਠ ਜੀ 9ਵਾਂ ਤੇ ਹੈ,
ਪਰ ਉਹਨੂੰ ਜਾਣਦਾ ਕੋਈ ਨਹੀਂ, ਕਿਉਂਕਿ ਪ੍ਰਗਟ ਨਹੀਂ ਹੈ। ਕਿਉਂਕਿ 8ਵੇਂ ਪਾਤਸ਼ਾਹ ਨੇ ਜਦੋਂ ਸਰੀਰ ਛੱਡਿਆ ਦਿੱਲੀ, ਇਹ ਗੱਲ ਕਹੀ ਸੀ, ਬਾਬਾ ਬੱਸੇ ਵਿੱਚ ਬਕਾਲੇ, ਭਾਵ ਮੇਰਾ ਜਿਹੜਾ ਮੇਰੇ ਤੋਂ ਬਾਅਦ ਇਸ ਗੱਦੀ ਦਾ ਮਾਲਕ ਗੁਰੂ ਹੈ ਬਾਬੇ ਬਕਾਲੇ ਬੈਠਾ। ਕੋਈ ਨਾਮ ਨਹੀਂ ਦੱਸਿਆ, ਕੋਈ ਪਹਿਚਾਣ ਨਹੀਂ ਦੱਸੀ। ਬਾਬਾ ਮੱਖਣ ਸ਼ਾਹ ਕਹਿੰਦਾ ਉਹ ਜਿਹਨੂੰ ਜਾਣਦੇ ਹੀ ਨਹੀਂ, ਜਿਹਦੀ ਕਦੇ ਸ਼ਕਲ ਨਹੀਂ ਵੇਖੀ, ਉਹਦੇ ਅੱਗੇ ਅਰਦਾਸ ਕਿਹੜੀ ਕਰੀਏ, ਕੀ ਅਰਦਾਸ ਕਰੀਏ ਜਿਹਨੂੰ ਆਪਾਂ ਜਾਣਦੇ ਹੀ ਨਹੀਂ। ਅੱਜ ਕੱਲ ਜ਼ਮਾਨਾ ਬੜਾ ਐਡਵਾਂਸ ਹੈ, ਸਾਡੇ ਸਾਰਿਆਂ ਦੀ ਜੇਬ ਦੇ ਵਿੱਚ ਮੋਬਾਈਲ ਹੈ, ਕਈਆਂ ਦੇ ਕੋਲ 2-2 ਵੀ ਹੋਣਗੇ। 10 ਨੰਬਰ ਦਾ ਮੋਬਾਈਲ ਨੰਬਰ ਹੁੰਦਾ। ਜਦੋਂ ਕੋਈ ਸਾਨੂੰ ਗੱਲ ਕਰਨੀ ਚਾਹੁੰਦਾ ਨਾ, ਆਪਾਂ ਕਹਿੰਦੇ ਆਪਣਾ ਨੰਬਰ ਦੇ ਜਾ, ਉਹ ਨੰਬਰ ਲਿਖਾ ਦਿੰਦਾ, ਉਹਦਾ ਨੰਬਰ ਲਾਉਂਦੇ ਆ ਤੇ ਉਹਦੇ ਨਾਲ ਗੱਲ ਕਰਦੇ ਆ। ਜੇ 10 ਨੰਬਰਾਂ ਦੇ ਵਿੱਚੋਂ ਇੱਕ ਵੀ ਨੰਬਰ ਗਲਤ ਹੋ ਜਾਏ, ਉਸ ਬੰਦੇ ਨਾਲ ਗੱਲ ਨਹੀਂ ਹੁੰਦੀ, ਨੰਬਰ ਕਿਤੇ ਹੋਰ ਜਾ ਕੇ ਮਿਲਦਾ, ਆਪਾਂ ਜਾਣਦੇ ਆ, ਉਹਦਾ ਨੰਬਰ ਨਹੀਂ ਲੱਗਦਾ। ਇੱਕ ਵੀ ਨੰਬਰ ਗਲਤ ਲੱਗ ਜਾਏ ਵਿੱਚੋਂ, ਉਸ ਬੰਦੇ ਦਾ ਨੰਬਰ ਨਹੀਂ ਲੱਗਣਾ, ਹੋਰ ਕਿਤੇ ਲੱਗੇਗਾ ਜਾ ਕੇ, ਉਹਦੇ ਨਾਲ ਗੱਲ ਨਹੀਂ ਹੁੰਦੀ। ਜਿੰਨਾ ਚਿਰ ਉਹਦਾ ਨੰਬਰ ਡਾਇਲ ਨਹੀਂ ਕਰਦੇ, ਉਹਦੇ ਨਾਲ ਗੱਲ ਨਹੀਂ ਹੁੰਦੀ। ਪਰ ਇੱਥੇ ਗੁਰੂ ਨਾਨਕ ਦਾ ਘਰ ਹੈ, ਇੱਥੇ ਸਿੱਖ ਗੁਰੂ ਨੂੰ ਜਾਣਦਾ ਵੀ ਨਹੀਂ, ਸਿੱਖ ਨੇ ਗੁਰੂ ਨੂੰ ਦੇਖਿਆ ਵੀ ਨਹੀਂ, ਇੱਥੋਂ ਤੱਕ ਕਿ ਸਿੱਖ ਨੂੰ ਗੁਰੂ ਦੇ ਨਾਂ ਦਾ ਵੀ ਪਤਾ ਨਹੀਂ। ਪਰ ਉਹ ਅਰਦਾਸ ਕਰਦਾ, ਉਹਦੀ ਪੂਰੀ ਹੁੰਦੀ ਹੈ। ਇਹ ਹੈ ਗੁਰੂ ਨਾਨਕ ਦੀ ਵਡਿਆਈ। ਧੰਨ ਨਾਨਕ ਤੇਰੀ ਰੋਜ਼ ਪੜ੍ਹਦੇ ਆ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਸਾਰਿਆਂ ਤੋਂ ਵੱਡਾ ਗੁਰੂ ਘਰ ਹੈ, ਇਹ ਤੋਂ ਵੱਡਾ ਕੋਈ ਦੁਆਰਾ ਨਹੀਂ ਹੈ, ਇਹ ਤੋਂ ਵੱਡਾ ਕੋਈ ਦਰ ਨਹੀਂ। ਨਾ ਕਿਸੇ ਨੇ ਸਾਡੀ ਬਾਹ ਫੜਨੀ, ਜਿੱਥੇ ਮਰਜੀ ਤੁਰੇ ਫਿਰੀ ਜਾਓ, ਕਿਸੇ ਨੇ ਬਾਹ ਨਹੀਂ ਫੜਨੀ। ਖੈਰ, ਕਲਗੀਧਰ ਪਾਤਸ਼ਾਹ ਜਦੋਂ 5 ਪੈਸੇ ਨਾਰੀਅਲ ਰੱਖੇ, ਮੱਥਾ ਟੇਕਿਆ, ਤੇ ਬਚਨ ਪਤਾ ਕਿਹੜਾ ਕੀਤਾ ਸੀ? ਇਹ ਨਹੀਂ ਸੀ ਕਿਹਾ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਲਿਓ, ਤੇ ਜਿਨ੍ਹਾਂ ਨੇ ਕਿਸੇ ਹੋਰ ਨੂੰ ਮੰਨਣਾ ਹੋਰ ਨੂੰ ਮੰਨ ਲਿਓ। ਇਹ ਨਹੀਂ ਸੀ ਕਿਹਾ। ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਗੱਲ ਕਿੱਥੋਂ ਸ਼ੁਰੂ ਕੀਤੀ ਸੀ ਵੀ ਮੈਂ ਨਹੀਂ ਕਹਿ ਰਿਹਾ, ਉੱਪਰੋਂ ਹੁਕਮ ਆਇਆ ਪ੍ਰਮਾਤਮਾ ਦਾ। ਇਹ ਵੀ ਕਹਿ ਸਕਦੇ ਸਨ ਕਿ ਗੁਰਸਿੱਖੋ ਤੁਸੀਂ ਮੇਰੇ ਗੁਰਸਿੱਖੋ, ਮੈਂ ਤੁਹਾਨੂੰ ਇੱਕ ਬਚਨ ਕਰਕੇ ਚੱਲਿਆ। ਇਹ ਨਹੀਂ ਕਿਹਾ, ਕਹਿੰਦੇ ਉੱਪਰੋਂ ਹੁਕਮ ਆਇਆ। ਸਾਡੇ ਪਿੰਡ ਦਾ ਕੋਈ ਪੁਲਿਸ ਵਾਲਾ ਪੁਲਿਸ ਦੇ ਵਿੱਚ ਲੱਗਿਆ ਹੋਵੇ, ਕਿਤੇ ਚੈਕਿੰਗ ਹੁੰਦੀ ਹੋਵੇ, ਪੇਪਰ ਚੈੱਕ ਕੀਤੇ ਜਾਂਦੇ ਹੋਣ, ਸਾਡੇ ਮੋਟਰਸਾਈਕਲ ਜਾਂ ਗੱਡੀ ਦਾ ਕੋਈ ਪੇਪਰ ਘੱਟ ਹੋਵੇ, ਅਸੀਂ ਜਦੋਂ ਨਾਕੇ ਤੋਂ ਲੰਘਦੇ ਆ ਉਸ ਬੰਦੇ ਨੂੰ ਜਾਣਦੇ ਆ ਵੀ ਸਾਡੇ ਪਿੰਡ ਦਾ ਹੈ, ਉਹ ਵੀ ਸਾਨੂੰ ਜਾਣਦਾ ਕਿ ਇਹ ਸਾਡੇ ਪਿੰਡ ਦਾ ਹੈ। ਜਦੋਂ ਅਸੀਂ ਉਹਨੂੰ ਕਹਿੰਦੇ ਆ ਕਿ ਇਹ ਆਪਣੀ ਗੱਡੀ ਹੈ ਜਾਂ ਆਪਣੇ ਬੰਦੇ ਨੇ, ਉਹ ਪਤਾ ਕੀ ਕਹਿੰਦਾ? ਉਹ ਕਹਿੰਦਾ ਮੈਂ ਤੇ ਕੁਝ ਨਹੀਂ ਕਹਿੰਦਾ, ਪਰ ਉੱਪਰੋਂ ਸਖਤ ਆਰਡਰ ਆਇਆ ਹੋਇਆ। ਕਹਿੰਦਾ ਕਿ ਨਹੀਂ ਕਹਿੰਦਾ? ਉੱਪਰੋਂ ਸਖਤ ਆਰਡਰ ਆਇਆ ਹੋਇਆ ਵੀ ਤਲਾਸ਼ੀ ਤੋਂ ਬਿਨਾਂ ਕੋਈ ਜਾਣ ਨਹੀਂ ਦੇਣਾ। ਇੱਥੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੈਂ ਨਹੀਂ ਕਹਿੰਦਾ, ਉੱਪਰੋਂ ਹੁਕਮ ਆਇਆ। ਉਹ ਹੁਕਮ ਪਤਾ ਕਿਹੜਾ ਆਇਆ? ਇੱਕ ਵਾਰੀ ਸਾਰੇ ਗੱਜ ਵੱਜ ਕੇ ਬੋਲਿਓ। ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਕਾਲ ਕੀ, ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਕਾਲ ਕੀ। ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ, ਗੁਰੂ ਮਾਨਿਓ ਗ੍ਰੰਥ ਆਗਿਆ ਪਈ ਹੈ ਕਾਲ ਕੀ। ਆਖਿਆ ਉੱਪਰੋਂ ਹੁਕਮ ਆਇਆ, ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਨੂੰ ਗ੍ਰੰਥ ਨੂੰ ਗੁਰੂ ਮੰਨਣਾ, ਇਹ ਉੱਪਰੋਂ ਹੁਕਮ ਆਇਆ। ਹੁਣ ਉਹ ਗੁਰੂ ਹੈ ਬੈਠਾ, ਕਹਿੰਦਾ ਬਈ ਤੁਲਸੀ ਰਹਿ ਗਈ। ਖੱਬੇ ਪਾਸੇ ਜਿਹੜਾ ਚੇਲਾ ਸੀ ਉਹਨੂੰ ਕਹਿੰਦਾ ਵੀ ਕਾਕਾ ਤੁਲਸੀ ਰਹਿ ਗਈ, ਬਾਕੀ ਸਮਾਨ ਤੇ ਆ ਗਿਆ, ਜਾਂ ਬਾਹਰੋਂ ਬਾਗ ਚੋਂ ਤੁਲਸੀ ਲੈ ਕੇ ਆ। ਹੁਣ ਉਹ ਸੀ ਸਾਡੇ ਵਰਗਾ, ਅੰਮ੍ਰਿਤ ਵੇਲੇ ਉੱਠਣਾ ਨਾ ਪਵੇ, ਨਿਤਨੇਮ ਨਾ ਕਰਨਾ ਪਵੇ,
ਗੁਰਦੁਆਰੇ ਜਾ ਕੇ ਜਾਂ ਗੁਰੂ ਘਰ ਜਾ ਕੇ ਕੋਈ ਸੇਵਾ ਨਾ ਕਰਨੀ ਪਵੇ ਤੇ ਮੈਂ ਜਿਹੜੀ ਗਲੀ ਦੇ ਵਿੱਚੋਂ ਲੰਘਾ ਤੇ ਲੋਕੀ ਕਹਿਣ ਦੇਖੋ ਜੀ ਕਿੱਡਾ ਵੱਡਾ ਗੁਰਮੁਖ ਜਾਂਦਾ। ਇਹ ਸਾਡੇ ਕੰਨ ਸੁਣਨਾ ਚਾਹੁੰਦੇ ਨੇ, ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਨਹੀਂ, ਤੇਰੇ ਅੰਦਰ ਕੀ ਹੈ ਮੁੱਲ ਤਾਂ ਉਹਦਾ ਪੈਣਾ। ਇਹ ਮੈਂ ਨਹੀਂ ਕਹਿ ਰਿਹਾ, ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਆਪਾਂ ਰੋਜ਼ ਪੜ੍ਹਦੇ ਆ, ਬਾਸ ਕੀਓ ਵਿਖਿਆਨ ਸੋ ਬੈਸ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ। ਸਾਡੇ ਵਿੱਚੋਂ ਕਿਸੇ ਨੇ 1000-1200 ਦਾ ਮੋਬਾਈਲ ਫੋਨ ਰੱਖਿਆ ਹੋਣਾ, ਅੱਜ ਵੀ ਕਈ ਬਜ਼ੁਰਗਾਂ ਕੋਲ ਹੋਏਗਾ, ਬਹੁਤਾ ਮਹਿੰਗਾ ਉਹ ਟੱਚ ਫੋਨ ਨਹੀਂ ਚਲਾਉਂਦੇ, ਉਹਨਾਂ ਨੂੰ ਕਈ ਵਾਰ ਭੇਤ ਨਹੀਂ ਹੁੰਦਾ, ਪਰ ਕਈ ਬੱਚੇ ਇਹੋ ਜਿਹੇ ਨੌਜਵਾਨ ਬੈਠੇ ਹੋਣਗੇ ਜਿਨ੍ਹਾਂ ਨੇ 60-60 70-70 ਹਜ਼ਾਰ ਦੇ ਆਈਫੋਨ ਰੱਖੇ ਹੋਣਗੇ। ਫਰਕ ਦੋਨਾਂ ਦੇ ਵਿੱਚ ਬੜਾ ਹੈ, ਇੱਕ 70,000 ਦਾ ਹੈ ਤੇ ਇੱਕ ਕੇਵਲ 1000-1200 ਦਾ ਹੈ, ਦੋਨਾਂ ਦੇ ਵਿੱਚ ਬੜਾ ਫਰਕ ਹੈ। ਪਰ ਜੇ ਦੋਨਾਂ ਦੇ ਵਿੱਚੋਂ ਚਿਪ ਕੱਢਦੀ ਹੈ ਨਾ, ਜਿਹਨੂੰ ਸਿਮ ਕਹਿੰਦੇ ਨੇ, ਸਿਮ ਕਾਰਡ ਕੱਢਦੀ ਏ ਤੇ ਉਹ 70,000 ਵਾਲਾ ਤੇ 7,000 ਜਾਂ 1,000 ਵਾਲਾ ਦੋਨੋਂ ਹੀ ਬਰਾਬਰ ਨੇ, ਕਿਉਂਕਿ ਦੋਨਾਂ ਵਿੱਚੋਂ ਗੱਲ ਕਿਸੇ ਨੇ ਵੀ ਨਹੀਂ ਕਰਾਉਣੀ ਜੇ ਵਿੱਚੋਂ ਸਿਮ ਕਾਰਡ ਕੱਢ ਦਿੱਤੀ ਜਾਏ। ਭਾਵੇਂ ਉਹ 70,000 ਦਾ ਹੀ ਹੈ, ਪਰ ਉਹਦਾ ਮੁੱਲ ਸਿਮ ਕਾਰਡ ਕਰਕੇ ਹੈ। ਸਿਮ ਕਾਰਡ ਪਾਉਨੇ ਆ, ਰੇਂਜ ਆਉਂਦੀ ਤੇ ਗੱਲ ਹੁੰਦੀ ਹੈ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਵੇਂ ਤੇਰਾ ਕੱਦ 6 ਫੁੱਟ ਦਾ ਹੈ, ਭਾਵੇਂ ਤੇਰੀ ਕੋਠੀ 50 ਕਰੋੜ ਦੀ ਹੈ, ਭਾਵੇਂ 2.5 ਕਰੋੜ ਦੀ ਤੇਰੇ ਥੱਲੇ ਗੱਡੀ ਹੈ, ਪਰ ਜੇ ਤੇਰੇ ਅੰਦਰ ਪ੍ਰੇਮ ਨਹੀਂ ਨਾ ਹੈ, ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ, ਫਿਰ ਤੂੰ ਖਾਲੀ ਹੈ। ਸੋ ਉਹ ਗੁਰੂ ਕਹਿੰਦਾ ਵੀ ਤੁਲਸੀ, ਹੁਣ ਮੇਰੇ ਵਰਗਾ ਸੀ, ਕਹਿੰਦਾ ਗੁਰੂ ਜੀ ਤੁਲਸੀ ਤਾਂ ਮੈਂ ਦੇਖੀ ਨਹੀਂ। ਕਹਿੰਦੇ ਤੂੰ ਤੁਲਸੀ ਨਹੀਂ ਦੇਖੀ? ਕਹਿੰਦਾ ਨਾ, ਤੁਸੀਂ ਕਦੇ ਦੱਸਿਆ ਹੀ ਨਹੀਂ। ਗੁਰੂ ਚੁੱਪ ਕਰ ਗਿਆ। ਉਹ ਜਿਹੜਾ ਸੱਜੇ ਪਾਸੇ ਬੈਠਾ ਸੀਗਾ ਉਹਨੇ ਸੋਚਿਆ ਵੀ ਇਹ ਤਾਂ ਬਚ ਗਿਆ, ਹੁਣ ਮੇਰਾ ਨੰਬਰ ਲੱਗੂਗਾ, ਹੁਣ ਮੇਰੀ ਵਾਰੀ ਆ ਜਾਣੀ ਹੈ। ਉਹ ਇੰਨੀ ਚਲਾਕੀ ਖੇਲ ਲਓ, ਸਾਡੇ ਵਰਗਾ ਸੀ ਉਹ ਵੀ, ਉਹ ਪਹਿਲਾਂ ਹੀ ਬੋਲ ਪਿਆ ਕਿ ਗੁਰੂ ਮੈਨੂੰ ਬੋਲੇਗਾ, ਉਹ ਤੋਂ ਪਹਿਲਾਂ ਹੀ ਬੋਲ ਪਿਆ। ਕਹਿੰਦਾ ਲੈ ਤੂੰ ਤੁਲਸੀ ਨਹੀਂ ਵੇਖੀ? ਕਹਿੰਦਾ ਨਹੀਂ। ਕਹਿੰਦਾ ਤੁਲਸੀ ਉਹੀ ਹੁੰਦੀ ਹੈ ਜਿਹਦੇ ਲੰਮੇ ਲੰਮੇ ਪੱਤੇ ਹੁੰਦੇ ਨੇ, ਕੇਲੇ ਦੇ ਪੱਤਿਆਂ ਵਰਗੇ। ਉਹ ਗੁਰੂ ਦੇ ਸਾਹਮਣੇ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਵੀ ਨਹੀਂ ਪਤਾ ਤੁਲਸੀ ਦਾ, ਹਾਲਾਂਕਿ ਪਤਾ ਸੀ ਉਹਨੂੰ। ਕਹਿੰਦਾ ਉਹੀ ਤੁਲਸੀ ਜਿਹਦੇ ਇੰਨੇ 2-2 2.5 3-3 ਫੁੱਟ ਲੰਮੇ ਪੱਤੇ ਹੁੰਦੇ ਨੇ। ਉਹ ਗੁਰੂ ਕਹਿੰਦਾ ਤੈਨੂੰ ਵੀ ਨਹੀਂ ਪਤਾ? ਕਹਿੰਦਾ ਪਤਾ ਹੈ ਜੀ, ਮੈਨੂੰ ਦੱਸਿਆ ਲੰਮੇ ਲੰਮੇ ਪੱਤਿਆਂ ਵਾਲੇ। ਉਹ ਗੁਰੂ ਕਹਿੰਦਾ ਉਹ ਨਹੀਂ ਤੁਲਸੀ ਹੁੰਦੀ। ਕਹਿੰਦਾ ਤੈਨੂੰ ਵੀ ਨਹੀਂ ਪਤਾ? ਕਹਿੰਦਾ ਜੀ ਮੈਂ ਤਾਂ ਉਹਨੂੰ ਤੁਲਸੀ ਸਮਝਦਾ। ਹੁਣ ਦੋਨੇ ਹੀ ਅੰਦਰੋਂ ਅੰਦਰ ਹੀ ਬੜੇ ਖੁਸ਼ ਨੇ। ਖੱਬੇ ਪਾਸੇ ਵਾਲਾ ਵੀ ਖੁਸ਼ ਕਿ ਮੈਨੂੰ ਜਾਣਾ ਨਹੀਂ ਪਿਆ, ਉਹ ਜਿਹੜਾ ਸੱਜੇ ਪਾਸੇ ਵਾਲਾ ਸੀ ਉਹ ਵੀ ਬੜਾ ਖੁਸ਼ ਕਿ ਮੈਂ ਵੀ ਬਚ ਗਿਆ। ਪਰ ਗੁਰੂ ਜਿਹੋ ਜਿਹੇ ਚੇਲੇ, ਹੁਣ ਜਿਹਦੇ ਚੇਲੇ ਸਨ ਉਹ ਗੁਰੂ ਕਿਦਾਂ ਘੱਟ ਹੋ ਸਕਦਾ ਸੀ? ਉਹ ਗੁਰੂ ਕਹਿੰਦਾ ਕਾਕਾ ਨਾ ਤੈਨੂੰ ਤੁਲਸੀ ਦਾ ਪਤਾ ਨਾ ਤੈਨੂੰ ਪਤਾ ਤੇ ਤੁਸੀਂ ਦੋਵੇਂ ਤੁਲਸੀ ਨਹੀਂ ਲੈ ਕੇ ਆ ਸਕਦੇ। ਕਹਿੰਦੇ ਹਾਂ ਜੀ ਸਾਨੂੰ ਪਤਾ ਹੀ ਨਹੀਂ, ਅਸੀਂ ਕਿਵੇਂ ਲੈ ਕੇ ਆਵਾਂਗੇ? ਉਹਨਾਂ ਦਾ ਗੁਰੂ ਕਹਿੰਦਾ ਫਿਰ ਇੱਕ ਕੰਮ ਕਰ ਸਕਦੇ ਹੋ। ਕਹਿੰਦੇ ਕੀ? ਕਹਿੰਦੇ ਮੇਰਾ ਪਲੰਘ ਤਾਂ ਚੱਕ ਸਕਦੇ ਹੋ ਨਾ, ਮੈਨੂੰ ਤਾਂ ਪਤਾ ਨਾ ਤੁਲਸੀ ਕਿਹੜੀ ਹੈ, ਇਹ ਮੇਰਾ ਪਲੰਘ ਤਾਂ ਚੱਕ ਸਕਦੇ ਹੋ। ਹੁਣ ਦੋਵਾਂ ਦੇ ਸਿਰ ਨੀਵੇਂ ਹੋ ਗਏ। ਕਹਿੰਦੇ ਹਾਂਜੀ ਪਲੰਘ ਤਾਂ ਚੱਕਾਂ ਦਾ ਚੱਕੋ ਫਿਰ। 1.5 ਕੁਆਂਟਲ ਦਾ ਪਲੰਘ ਤੇ 1.5 ਕੁਆਂਟਲ ਦਾ ਹੀ ਗੁਰੂ, 3 ਕੁਆਂਟਲ ਵਜਨ ਜਦੋਂ ਦੋਨਾਂ ਨੇ ਚੱਕਿਆ ਤੇ ਜੀਭਾਂ ਬਾਹਰ ਆ ਗਈਆਂ। ਹੁਣ ਇੱਕ ਦੂਜੇ ਵੱਲ ਨਾ ਅੱਖਾਂ ਮਿਲਾ ਕੇ ਗੱਲਾਂ ਕਰਦੇ ਨੇ ਆਪਸ ਦੇ ਵਿੱਚ ਕਿ ਇਹਦੋਂ ਤਾਂ ਚੰਗਾ ਸੀਗਾ ਤੁਲਸੀ ਲਿਆ ਕੇ ਦੇ ਦਿੰਦੇ, ਘੱਟੋ ਘੱਟ ਬਾਹਰ ਇੰਨੀ ਦੂਰ ਤੱਕ ਤੁਰ ਕੇ ਵੀ ਨਾ ਜਾਣਾ ਪੈਂਦਾ, ਤੇ ਆ ਜਿਹੜਾ ਇੰਨਾ ਵਜਨ ਚੱਕਿਆ ਖੋਤੇ ਵਾਂਗੂ ਇਹ ਵੀ ਨਾ ਚੁੱਕਣਾ ਪੈਂਦਾ। ਦੋਨੇ ਉਹ ਪਲੰਘ ਚੱਕ ਕੇ ਕਦੇ ਇੱਕ ਦੀ ਲੱਤ ਤਿਲਕਦੀ, ਕਦੇ ਦੂਜੇ ਦੀ ਤਿਲਕਦੀ। ਬਾਹਰ ਚਿੱਕੜ ਸੀਗਾ ਜਿਵੇਂ ਅੱਜ ਮੀਂਹ ਪਿਆ ਹੋਇਆ, ਕਦੇ ਇੱਕ ਡਿੱਗਦਾ ਕਦੇ ਦੂਜਾ ਡਿੱਗਦਾ। ਹੁਣ ਗੁਰੂ ਕਹਿੰਦਾ ਮੈਂ ਤਾਂ ਉੱਠਣਾ ਨਹੀਂ। ਕਦੇ ਡਿੱਗ ਪੈਂਦੇ ਨੇ, ਫਿਰ ਪਲੰਘ ਚੱਕਦੇ ਨੇ, ਫਿਰ ਡਿੱਗਦੇ ਨੇ, ਬਾਹਰ ਲੈ ਕੇ ਬਾਗ ਦੇ ਵਿੱਚ। ਜਦੋਂ ਬਾਗ ਦੇ ਵਿੱਚ ਗਏ ਉਹਨਾਂ ਦਾ ਗੁਰੂ ਕਹਿੰਦਾ ਇੱਥੇ ਰੱਖ ਦਿਓ। ਕਹਿੰਦਾ ਆ ਜਿਹੜਾ ਬੂਟਾ ਹੈ ਨਾ ਸਾਹਮਣੇ, ਆ ਤੁਲਸੀ ਦਾ ਹੈ। ਉਹਨੇ ਹੱਥ ਵਧਾ ਕੇ ਤੁਲਸੀ ਦੇ ਪੱਤੇ ਤੋੜੇ, ਪੱਤੇ ਤੋੜ ਕੇ ਫੇਰ ਲੱਗਾ ਕਹਿਣ ਵੀ ਚੱਕੋ ਫੇਰ ਪਲੰਘ, ਚਲੋ ਹੁਣ ਉੱਥੇ। ਹੁਣ ਉਹ ਚੇਲੇ ਨੇ ਜਿਹੜੇ ਫੇਰ ਪਲੰਘ ਚੱਕਦੇ ਨੇ, ਫੇਰ ਅੰਦਰ ਨੂੰ ਤੁਰ ਪਏ। ਡਿੱਗਦੇ ਢੈਂਦੇ ਲਿਆ ਕੇ ਉਹ ਪਲੰਘ ਉੱਥੇ ਰੱਖ ਦਿੱਤਾ। ਦੋਨਾਂ ਦੇ ਪਸੀਨੇ ਛੁੱਟੇ ਹੋਏ। ਜਦੋਂ ਉਹਨਾਂ ਦਾ ਗੁਰੂ ਉਹ ਪਲੰਘ ਰੱਖ ਦਿੱਤਾ, ਉਹ ਗੁਰੂ ਕਹਿੰਦਾ ਕਾਕਾ ਹਵਨ ਤੇ ਫੇਰ ਕਰਾਂਗੇ, ਪੂਜਾ ਤੇ ਫੇਰ ਕਰਾਂਗੇ, ਪਹਿਲਾਂ ਇਹ ਦੱਸੋ ਕਿ ਤੁਲਸੀ ਦੀ ਪਹਿਚਾਣ ਹੋ ਗਈ ਹੈ? ਉਹ ਕਹਿੰਦੇ ਜੀ ਹਾਂ ਹੋ ਗਈ ਹੈ। ਉਹ ਗੁਰੂ ਕਹਿੰਦਾ ਇਹ ਦੱਸੋ ਹੁਣ ਕਦੇ ਭੁੱਲੋਗੇ ਤਾਂ ਨਹੀਂ ਤੁਲਸੀ ਨੂੰ ਵੀ ਤੁਲਸੀ ਕਿਹੜੀ ਹੈ?
ਦੋਨੇ ਹੱਥ ਜੋੜ ਕੇ ਕਹਿੰਦੇ ਗੁਰੂ ਜੀ ਇਸ ਜਨਮ ਤਾਂ ਕੀ, ਅਸੀਂ ਤਾਂ 7 ਜਨਮ ਨਹੀਂ ਭੁੱਲਦੇ ਤੁਲਸੀ ਕਿਹੜੀ ਹੁੰਦੀ ਹੈ। ਗੁਰੂ ਨੇ ਆਖਿਆ ਕਾਕਾ ਜੇ ਤੁਲਸੀ ਦੀ ਪਹਿਚਾਣ ਹੁੰਦੀ ਹੁਣ ਲੈ ਆਉਂਦੇ ਤੇ ਇਹਨੇ ਤੁਹਾਨੂੰ ਖੇਚਲ ਨਾ ਕਰਨੀ ਪੈਂਦੀ। ਉਹ ਦੋਨੋਂ ਵੀ ਸੋਚਦੇ ਨੇ ਕਿ ਵਾਕਈ ਗੱਲ ਤਾਂ ਠੀਕ ਹੈ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਜੇ ਤੂੰ ਬਾਣੀ ਪੜ੍ਹੇਗਾ, ਜੇ ਗੁਰੂ ਘਰ ਆ ਕੇ ਸੇਵਾ ਕਰੇਗਾ, ਜੇ ਨਾਮ ਜਪੇਗਾ, ਜੇ ਗੁਰੂ ਦੇ ਬਚਨਾਂ ਵੱਲ ਧਿਆਨ ਦੇਏਗਾ ਤੇ ਸਮਝ ਲੈ ਤੁਲਸੀ ਤੋੜਨ ਵਾਲੀ ਗੱਲ ਹੈ। ਤੁਲਸੀ ਤੋੜਨ ਨੂੰ ਕੋਈ ਜ਼ੋਰ ਨਹੀਂ ਲੱਗਦਾ ਔਰ ਲੈ ਕੇ ਆਉਣ ਨੂੰ ਵੀ ਜ਼ੋਰ ਨਹੀਂ ਲੱਗਦਾ। ਪਰ ਜੇ ਤੂੰ ਗੁਰੂ ਨਾਲ ਨਹੀਂ ਨਾ ਜੁੜਦਾ, ਖੋਟੇ ਕਰਮ ਕਰਦਾ, ਜੇ ਬਾਣੀ ਨਹੀਂ ਨਾ ਪੜ੍ਹਦਾ, ਜੋ ਗੁਰੂ ਕਹਿੰਦਾ ਉਹ ਨਹੀਂ ਕਰਦਾ, ਫਿਰ ਯਾਦ ਰੱਖ ਤੈਨੂੰ ਵੀ ਇੱਕ ਬਹੁਤ ਵੱਡਾ ਪਲੰਘਾ ਚੱਕਣਾ ਪੈਣਾ ਔਰ ਇਕੱਲੇ ਨੂੰ ਚੱਕਣਾ ਪੈਣਾ। ਉਹ ਤੂੰ ਬਚ ਨਹੀਂ ਸਕਦਾ। ਉਹ ਪਲੰਘਾ ਪਤਾ ਕਿਹੜਾ ਹੈ? ਭਗਤ ਕਬੀਰ ਜੀ ਦੇ ਸ਼ਲੋਕ ਆਉਂਦੇ ਨੇ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲਿਆ ਅੰਚਲ ਲਾਏ। ਇੱਕ ਸਾਧੂ ਭਾਵ ਇੱਕ ਗੁਰੂ ਮੈਨੂੰ ਮਿਲਿਆ ਜਿਹਨੇ ਮੇਰੀ ਬੌੜੀ ਕੀਤੀ, ਜਿਹਨੇ ਮੇਰੀ ਬਾਹ ਫੜੀ ਹੈ। ਜਦੋਂ ਰਹਿਰਾਸ ਸਾਹਿਬ ਦਾ ਪਾਠ ਹੁੰਦਾ ਹੈ, ਸ਼ਾਮ ਦੇ ਸਮੇਂ ਗ੍ਰੰਥੀ ਸਿੰਘ ਪੜ੍ਹਦਾ ਹੈ, ਰਹਿਰਾਸ ਸਾਹਿਬ ਦਾ ਪਾਠ ਕਰਦਾ ਹੈ, ਉਹਦੇ ਵਿੱਚ ਸ਼ਬਦ ਆਉਂਦਾ, ਆਪਾਂ ਸਾਰੇ ਪੜ੍ਹਦੇ ਵੀ ਆ ਸੁਣਦੇ ਵੀ ਆ। ਸ਼ੁਰੂ ਪਤਾ ਕਿੱਥੋਂ ਹੁੰਦਾ? ਕੱਲੀ ਕੱਲੀ ਪੰਕਤੀ ਨੂੰ ਵਿਚਾਰ ਕੇ ਪੜ੍ਹਿਓ, ਨਾਲੇ ਸੋਚਿਓ। ਸ਼ੁਰੂਆਤ ਹੀ ਮੇਰੇ ਪਾਤਸ਼ਾਹ ਨੇ ਅੰਦਰ ਤੋਂ ਕੀਤੀ ਹੈ। ਅੰਤਰ ਗੁਰ ਪੜ੍ਹੋ ਸਾਰੇ, ਅੰਤਰ ਗੁਰ ਆਰਾਧਨਾ। ਪਹਿਲਾਂ ਅੰਦਰ ਆਰਾਧਨਾ ਪੈਂਦਾ, ਖਿਆਲ ਲਿਆਉਣਾ ਪੈਂਦਾ ਮਨ ਦੇ ਵਿੱਚ। ਹਰ ਇੱਕ ਚੀਜ਼ ਕੋਈ ਵੀ ਕਰਦੇ, ਕਿਰਿਆ ਕਰਦੇ ਆ ਕਿਸੇ ਵੀ ਤਰ੍ਹਾਂ ਦੀ, ਪਹਿਲਾਂ ਖਿਆਲ ਆਉਂਦਾ ਅੰਦਰ, ਫਿਰ ਉਹਨੂੰ ਕਰਦੇ ਆ। ਇਹ ਨਹੀਂ ਹੁੰਦਾ ਕਿ ਚਾਹ ਪੀਣ ਦਾ ਖਿਆਲ ਬਾਅਦ ਚ ਆਉਂਦਾ, ਆਪਾਂ ਪੀਣ ਪਹਿਲਾਂ ਲੱਗ ਜਾਂਦੇ ਆ। ਨਹੀਂ, ਪਹਿਲਾਂ ਖਿਆਲ ਆਉਂਦਾ ਕਿ ਚਾਹ ਪੀਣੀ ਹੈ, ਫਿਰ ਬਣਾਉਣੀ ਸ਼ੁਰੂ ਕਰਦੇ ਆ। ਪਹਿਲਾਂ ਖਿਆਲ ਆਉਂਦਾ ਕਿ ਭੁੱਖ ਲੱਗੀ ਹੈ, ਫਿਰ ਪ੍ਰਸ਼ਾਦਾ ਮੰਗਦੇ ਆ, ਫਿਰ ਖਾਣਾ ਸ਼ੁਰੂ ਕਰਦੇ ਆ। ਇੱਥੇ ਵੀ ਮੇਰੇ ਪਾਤਸ਼ਾਹ ਕਹਿੰਦੇ ਨੇ ਅੰਦਰ ਖਿਆਲ ਪੈਦਾ ਕਰ, ਭਾਵਨਾ ਪੈਦਾ ਕਰ। ਬਾਸ ਕੀਓ ਵਿਖਿਆਨ ਸੋ ਬੈਸ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅੰਤਰ ਗੁਰ ਆਰਾਧਨਾ। ਜਦੋਂ ਤੇਰੇ ਅੰਦਰ ਆਰਾਧਨਾ ਸ਼ੁਰੂ ਹੋ ਜਾਏਗੀ, ਫਿਰ ਉਹੀ ਆਰਾਧਨਾ ਤੇਰੀ ਜ਼ੁਬਾਨ ਤੇ ਆ ਜਾਏਗੀ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ। ਜੋ ਤੇਰੇ ਅੰਦਰ ਹੈ ਯਾਦ ਰੱਖ, ਉਹ ਤੇਰੀ ਜ਼ੁਬਾਨ ਰਾਹੀਂ ਬਾਹਰ ਆਉਣਾ, ਤੇਰੀਆਂ ਅੱਖਾਂ ਰਾਹੀਂ ਬਾਹਰ ਆਉਣਾ। ਹੁਣ ਤੁਸੀਂ ਕਹੋਗੇ ਜ਼ੁਬਾਨ ਰਾਹੀਂ ਤਾਂ ਬਾਹਰ ਆਉਂਦਾ, ਚਲੋ ਬੰਦਾ ਬੋਲਦਾ ਹੈ, ਅੱਖਾਂ ਰਾਹੀਂ ਕਿੱਦਾਂ ਬਾਹਰ ਆਉਂਦਾ? ਅੱਖਾਂ ਰਾਹੀਂ ਹੀ ਸਭ ਤੋਂ ਪਹਿਲਾਂ ਬਾਹਰ ਆਉਂਦਾ। ਜਿਸ ਬੰਦੇ ਦੇ ਮਨ ਦੇ ਅੰਦਰ ਵਿਕਾਰ ਚੱਲਦੇ ਹੋਣ, ਜਿਸ ਬੰਦੇ ਦੇ ਅੰਦਰ ਮਾੜੀ ਸੋਚ ਘਰ ਕਰ ਚੁੱਕੀ ਹੋਵੇ, ਉਹ ਜਦੋਂ ਕਿਸੇ ਦੂਜੇ ਦੀ ਧੀ ਭੈਣ ਨੂੰ ਵੇਖਦਾ, ਉਹਦੇ ਨਿਗਾਹ ਚੰਗਾ ਨਹੀਂ ਵੇਖਦੀ, ਮਾੜਾ ਵੇਖਦੀ ਹੈ। ਇਹ ਮੰਨਣਾ ਪਊਗਾ। ਪਰ ਜਿਸ ਬੰਦੇ ਦੇ ਅੰਦਰ ਮੇਰੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੋਈ ਹੈ, ਉਹਦੀ ਸੋਚ ਚੰਗੀ ਬਣ ਚੁੱਕੀ ਹੈ, ਉਹਦੇ ਅੰਤਿਸ਼ ਕਰਨ ਦੇ ਵਿੱਚ ਬਾਣੀ ਵਸੀ ਹੋਈ ਹੈ, ਪਰਮੇਸ਼ਰ ਦਾ ਨਾਮ ਵਸਿਆ ਹੋਇਆ ਹੈ, ਉਹ ਜਿਹਨੂੰ ਵੀ ਵੇਖੇਗਾ ਉਹ ਚੰਗੀ ਨਿਗਾਹ ਦੇ ਨਾਲ ਵੇਖੇਗਾ, ਮਾੜੀ ਨਿਗਾਹ ਨਾਲ ਨਹੀਂ ਵੇਖੇਗਾ, ਚੰਗੀ ਨਿਗਾਹ ਨਾਲ ਵੇਖੇਗਾ। ਮੈਂ ਨਹੀਂ ਕਹਿੰਦਾ, ਇਹ ਵੀ ਬਾਣੀ ਕਹਿੰਦੀ ਹੈ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ। ਜਿਹੋ ਜੀ ਤੇਰੀ ਨਿਗਾਹ ਹੈ, ਉਹੋ ਜਿਹਾ ਤੇਰਾ ਆਚਰਣ ਹੈ, ਉਹੋ ਜਿਹਾ ਤੇਰਾ ਕਰੈਕਟਰ ਹੈ। ਔਰ ਜਿਹੋ ਜੀ ਤੇਰੀ ਨਿਗਾਹ ਹੋ ਜੀ ਤਾਂ ਬਣਨੀ ਜੋ ਤੇਰੇ ਅੰਦਰ ਹੈ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾ। ਫਿਰ ਤੂੰ ਜ਼ਬਾਨ ਨਾਲ ਜਪੇਗਾ। ਜਦੋਂ ਤੂੰ ਜ਼ਬਾਨ ਨਾਲ ਜਪੇਗਾ, ਫਿਰ ਤੂੰ ਨੇਤਰਾਂ ਨਾਲ ਵੀ ਉਹੀ ਵੇਖਣਾ ਚਾਹੇਗਾ। ਨੇਤਰੀ ਸਤਿਗੁਰ ਵੇਖਣਾ। ਭਾਈ ਕਨਈਏ ਦੀ ਸ਼ਿਕਾਇਤ ਕੀਤੀ ਸੀ ਨਾ ਸਿੱਖਾਂ ਨੇ, ਕਿ ਸਿੱਖਾਂ ਨੂੰ ਤਾਂ ਪਾਣੀ ਪਿਲਾਉਂਦਾ ਹੈ, ਇਹ ਜ਼ਖਮੀ ਹੋਏ ਤੁਰਕਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਪਾਣੀ ਪਿਲਾਈ ਜਾਂਦਾ। ਹੁਣ ਤੁਹਾਡਾ ਕੀ ਖਿਆਲ ਹੈ? ਗੁਰੂ ਸਾਹਿਬ ਨੂੰ ਪਤਾ ਨਹੀਂ ਸੀ? ਪਤਾ ਸੀ। ਪਰ ਗੁਰੂ ਸਾਹਿਬ ਨੇ ਭਾਈ ਕਨਈਏ ਦੇ ਥਰੂ ਬਾਕੀਆਂ ਨੂੰ ਸਿੱਖਿਆ ਦੇਣੀ ਸੀ ਕਿ ਮੂਰਖੋ, ਦੁਸ਼ਮਣ ਓਨਾ ਚਿਰ ਹੈ ਜਿੰਨਾ ਚਿਰ ਤੁਹਾਡੇ ਨਾਲ ਲੜ ਰਿਹਾ। ਜਦੋਂ ਡਿੱਗ ਪੈਂਦਾ ਉਦੋਂ ਦੁਸ਼ਮਣ ਨਹੀਂ ਰਹਿੰਦਾ, ਉਦੋਂ ਤੁਹਾਡੇ ਮੁਕਾਬਲੇ ਦਾ ਨਹੀਂ ਰਹਿੰਦਾ। ਇੱਥੇ ਪਾਤਸ਼ਾਹ ਕਹਿੰਦੇ ਨੇ ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ। ਉੱਥੇ ਫਿਰ ਭਾਈ ਕਨਈਏ ਨੇ ਕਿਹਾ ਸੀ ਨਾ, ਕਲਗੀਆਂ ਵਾਲਿਆ, ਮੈਨੂੰ ਤੇ ਸਾਰਿਆਂ ਦੇ ਵਿੱਚ ਤੂੰ ਹੀ ਦਿਖਦਾ, ਮੈਨੂੰ ਤਾਂ ਹੋਰ ਕੋਈ ਦਿਖਦਾ ਹੀ ਨਹੀਂ ਹੈ। ਮੈਨੂੰ ਨਹੀਂ ਹੋਰ ਕੋਈ ਮੁਸਲਮਾਨ, ਕੋਈ ਤੁਰਕ, ਕੋਈ ਗੁਰਸਿੱਖ ਮੈਨੂੰ ਨਜ਼ਰ ਨਹੀਂ ਆਉਂਦਾ। ਮੈਨੂੰ ਤੇ ਜਿਹਨੂੰ ਵੀ ਮੈਂ ਉਠਾਣਾ, ਜਿਹਦੇ ਮੂੰਹ ਦੇ ਵਿੱਚ ਵੀ ਪਾਣੀ ਪਾਉਣਾ, ਮੈਨੂੰ ਤੇਰਾ ਹੀ ਸਰੂਪ ਦਿਖਦਾ।
ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ। ਉਹ ਕਲਗੀਧਰ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਆਪਾਂ ਸਾਰੇ ਸਿੱਖ ਹਾਂ। ਇੱਥੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਤੈ ਹਮ ਅਣਕ ਤਪੱਸਿਆ ਸਾਧੀ ਮਹਾਕਾਲ, ਕਾਲ ਕਾ ਆਰਾਧੀ। ਮੈਂ ਉਸ ਮਹਾਕਾਲ ਦੀ ਆਰਾਧਨਾ ਕੀਤੀ ਜਿਹਦੇ ਅਧੀਨ ਕਾਲ ਆਉਂਦਾ ਹੈ। ਸਾਨੂੰ ਸਾਰਿਆਂ ਨੂੰ ਮਾਰਦਾ ਕਾਲ, ਕਾਲ ਸਾਨੂੰ ਖਤਮ ਕਰਦਾ ਹੈ। ਪਰ ਕੋਈ ਇਹੋ ਜਿਹੀ ਵਸਤੂ ਹੈ ਜਿਹੜੀ ਕਾਲ ਨੂੰ ਵੀ ਖਤਮ ਕਰ ਦੇਵੇ? ਹਾਂ ਹੈ। ਗੁਰਦੇਵ ਕਹਿੰਦੇ ਨੇ ਉਹ ਹੈ ਮਹਾਕਾਲ, ਜਿਹਨੂੰ ਪ੍ਰਮਾਤਮਾ ਕਹਿੰਦੇ ਆ। ਉਹ ਸਾਰੀ ਸ੍ਰਿਸ਼ਟੀ ਨੂੰ ਖਤਮ ਕਰਨ ਨੂੰ ਸਮਰੱਥ ਹੈ। ਉਹਨੇ ਹੀ ਬਣਾਈ ਹੈ। ਹਰਨ ਭਰਨ ਜਾਂ ਕਾ ਨੇਤਰ ਭੋਰ, ਇਸ ਕਾ ਮੰਤਰ ਨਾ ਜਾਣੈ ਹੋ। ਕੋਈ ਜਦੋਂ ਜਾਦੂ ਮੰਤਰ ਕਰਦਾ ਹੈ, ਉਹਦੇ ਉੱਪਰ ਵਾਲਾ ਕੋਈ ਕਿਸੇ ਵੱਡੇ ਮੰਤਰ ਦੇ ਨਾਲ ਉਹਦੇ ਮੰਤਰ ਨੂੰ ਕੱਟ ਦਿੰਦਾ। ਫਿਰ ਜਿਹੜਾ ਕੱਟਦਾ ਉਹਦੇ ਉੱਪਰੋਂ ਦੀ ਕੋਈ ਆ ਜਾਂਦਾ, ਵੱਡੀ ਵਿਦਿਆ ਮੰਤਰ ਕੋਈ ਸਿੱਖਿਆ ਹੋਵੇ, ਉਹਦੇ ਮੰਤਰ ਨੂੰ ਉਹ ਕੱਟ ਦਿੰਦਾ। ਮਤਲਬ ਕਹਿਣ ਦਾ, ਇੱਕ ਦਾ ਮੰਤਰ ਕੀਤਾ ਦੂਜਾ ਕੱਟ ਦਿੰਦਾ, ਦੂਜੇ ਨੂੰ ਕੋਈ ਤੀਜਾ ਕੱਟ ਦਿੰਦਾ। ਪਰ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਜਿਹੜਾ ਪ੍ਰਮਾਤਮਾ ਦਾ ਮੰਤਰ ਹੈ ਨਾ, ਉਹਦੇ ਮੰਤਰ ਦੇ ਉੱਤੇ ਕੋਈ ਦੁਨੀਆ ਦਾ ਮੰਤਰ ਕਾਟ ਨਹੀਂ ਕਰਦਾ। ਹਰਨ ਭਰਨ ਜਾ ਕਾ ਨੇਤਰ ਫੋਰ, ਇਸ ਕਾ ਮੰਤਰ ਨਾ ਜਾਣੈ ਹੋਰ। ਉਹਦੇ ਮੰਤਰ ਨੂੰ ਕੱਟਣ ਵਾਲਾ ਮੰਤਰ ਕੋਈ ਵੀ ਨਹੀਂ ਜਾਣਦਾ। ਉਹ ਕਿਸੇ ਕੋਲ ਵੀ ਨਹੀਂ ਹੈ, ਕਿਸੇ ਕੋਲ ਵੀ ਨਹੀਂ ਹੈ। ਸਦਾ ਅੰਗ ਸੰਗੇ ਅਭੰਗਮ ਵਿਭੂਤੇ, ਇਹ ਵਿਦ ਕਰਤ ਤਪੱਸਿਆ ਭਇਓ, ਦਵੈਤੇ ਏਕ ਰੂਪ ਹੋਏ ਗਏ। ਮੈਂ ਤੇ ਮੇਰਾ ਪਰਮੇਸ਼ਰ ਇੱਕੋ ਹੀ ਰੂਪ। ਉਸ ਹੇਮਕੁੰਡ ਦੀ ਧਰਤੀ ਦੇ ਉੱਤੇ ਜਿੱਥੇ ਮੈਂ ਤਪੱਸਿਆ ਕੀਤੀ। ਪਰ ਉਹ ਸਮਾਂ ਕਿਹੜਾ ਸੀ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ, ਸ਼ਰਮ ਧਰਮ ਦੋਇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇਲਾ ਲੋ। ਉਹ ਸਮਾਂ ਤਾਂ ਉਦੋਂ ਦਾ ਬਿਆਨ ਕੀਤਾ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਰੀਰ ਧਾਰਨ ਕਰਕੇ ਇਸ ਸੰਸਾਰ ਦੇ ਵਿੱਚ ਆਏ। ਪਰਮਾਤਮਾ ਨਾਨਕ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚ ਆਇਆ। ਪਰ ਇਹ ਉਦੋਂ ਦੀ ਹਾਲ ਬਿਆਨੀ ਹੈ। ਜਿਹੜਾ ਜ਼ਿਮੀਂਦਾਰ ਹੈ, ਆਪਣੇ ਖੇਤ ਦੇ ਵਿੱਚ ਜਦੋਂ ਫਸਲ ਬੀਜਦਾ, ਉਹਦੀ ਫਸਲ ਉੱਗਦੀ ਹੈ। ਹੁਣ ਜਿਵੇਂ ਕਣਕ ਖੜੀ ਹੈ, ਜਿੰਨੀ ਕਣਕ ਸੜਕਾਂ ਦੇ ਕਿਨਾਰੇ ਦੇ ਉੱਤੇ ਖੜੀ ਹੈ, ਉਸ ਕਣਕ ਦੇ ਕਿਨਾਰੇ ਕਿਨਾਰੇ ਜ਼ਿਮੀਂਦਾਰਾਂ ਨੇ ਨਾ ਕੰਡਾ ਤਾਰ ਲਾਈ ਹੋਈ ਹੈ। ਉਹ ਕਿਉਂ ਲਾਈ ਹੈ ਪਤਾ? ਕਿ ਕੋਈ ਅਵਾਰਾ ਪਸ਼ੂ ਮੇਰੀ ਕਣਕ ਦਾ ਨੁਕਸਾਨ ਨਾ ਕਰੇ, ਇਹਨੂੰ ਖਾਵੇ ਨਾ। ਕੰਡਾ ਤਾਰ ਲੱਗੀ ਹੈ, ਲੋਹੇ ਦੀ ਤਾਰ ਲੱਗੀ ਹੈ ਕਿ ਮੇਰੀ ਕਣਕ ਬਚੀ ਰਵੇ। ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ, ਜ਼ਿਮੀਂਦਾਰ ਵਾੜ ਤਾਂ ਕਰਦਾ ਖੇਤ ਨੂੰ ਬਚਾਉਣ ਵਾਸਤੇ ਕਿ ਅਵਾਰਾ ਪਸ਼ੂ ਨਾ ਪੈਣ, ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਫਿਰ ਖੇਤ ਦਾ ਰਾਖਾ ਕੌਣ ਹੈ? ਫਿਰ ਕੌਣ ਬਚਾਏਗਾ? ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਇਹ ਸਪਸ਼ਟ ਕਿਹਾ, ਰਾਜੇ ਪਾਪ ਕਮਾਮ ਦੇ ਉਲਟੀ ਵਾੜ ਖੇਤ ਕੋ ਖਾਈ। ਭਾਵ ਜਿਨ੍ਹਾਂ ਰਾਜਿਆਂ ਨੇ, ਜਿਨ੍ਹਾਂ ਦਾ ਧਰਮ ਸੀ ਲੋਕਾਂ ਦੀ ਸੇਵਾ ਕਰਨਾ, ਪਬਲਿਕ ਦੀ ਹਿਫਾਜ਼ਤ ਕਰਨਾ, ਉਹਨਾਂ ਰਾਜਿਆਂ ਨੇ ਜ਼ਾਲਮਾਂ ਦੇ ਰੂਪ ਧਾਰਨ ਕਰ ਲਏ। ਉਹਨਾਂ ਨੇ ਪਰਜਾ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਜਿਨ੍ਹਾਂ ਰਾਜਿਆਂ ਨੇ ਪਰਜਾ ਨੂੰ ਬਚਾਉਣਾ ਸੀ ਜ਼ੁਲਮਾਂ ਤੋਂ, ਉਹਨਾਂ ਦੇ ਰਾਖਿਆਂ ਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ, ਜ਼ਾਲਮਾਂ ਦਾ ਰੂਪ ਧਾਰਨ ਕਰ ਲਿਆ। ਭਾਈ ਗੁਰਦਾਸ ਜੀ ਕਹਿੰਦੇ, ਫਿਰ ਲੋਕਾਂ ਨੂੰ ਬਚਾਉਣਾ ਕਿਹਨੇ ਸੀ? ਫਿਰ ਦੁਨੀਆ ਦੀ ਰੱਖਿਆ ਕਰਨੀ ਕਿਹਨੇ ਸੀ? 1905 ਜਾਂ 1906 ਦੇ ਵਿੱਚ ਇੱਕ ਬਹੁਤ ਵੱਡਾ ਹਿੰਦੂ ਵਿਦਵਾਨ ਹੋਇਆ, ਉਹਦਾ ਨਾਮ ਹੈ ਦੌਲਤ ਰਾਏ। ਉਸ ਦੌਲਤ ਰਾਏ ਨੇ ਇੱਕ ਕਿਤਾਬ ਲਿਖੀ ਹੈ, ਉਹਦੇ ਵਿੱਚ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਉਹਨੇ ਲਿਖਿਆ। ਉਸ ਕਿਤਾਬ ਦਾ ਨਾਂ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੌਲਤ ਰਾਏ ਦੀ ਜ਼ੁਬਾਨੀ। ਕਲਗੀਧਰ ਪਾਤਸ਼ਾਹ ਦੀ ਜੀਵਨੀ ਉਹਨੇ ਬਿਆਨ ਕੀਤੀ ਹੈ। ਹਿੰਦੂ ਮਤ ਦਾ ਉਹ ਵਿਦਵਾਨ ਹੈ। 10 ਜਾਤਾਂ ਪਾਤਾਂ ਵੱਲ ਨਾ ਜਾਵੇ, ਨਾ ਆਪਾਂ ਜਾ ਸਕਦੇ ਹਾਂ, ਕਿਉਂਕਿ ਗੁਰਬਾਣੀ ਜਾਤਾਂ ਪਾਤਾਂ ਦਾ ਖੰਡਨ ਕਰਦੀ ਹੈ। ਪਰ ਉਹ ਦੌਲਤ ਰਾਏ ਖੁਦ ਲਿਖਦਾ ਹੈ ਕਿ ਮੈਂ ਇੱਕ ਹਿੰਦੂ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਮੈਂ ਰਮਾਇਣ ਦਾ ਜਾਂ ਗੀਤਾ ਦਾ ਅਧਿਐਨ ਕੀਤਾ, ਕਿਉਂਕਿ ਮੇਰਾ ਫਰਜ਼ ਸੀ। ਦੂਜੇ ਨੰਬਰ ਤੇ ਮੈਂ ਮਹਾਭਾਰਤ ਦਾ ਅਧਿਐਨ ਕੀਤਾ ਜਾਂ ਉਹਦਾ ਉਲੱਥਾ ਕੀਤਾ।
ਔਰ ਤੀਜੇ ਨੰਬਰ ਤੇ ਜਦੋਂ ਮੇਰੇ ਸਾਹਮਣੇ ਸਿੱਖ ਇਤਿਹਾਸ ਆਇਆ, ਮੈਂ ਸਿੱਖ ਇਤਿਹਾਸ ਨੂੰ ਵੀ ਪੜ੍ਹਿਆ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਗੁਰੂ ਤੇਗ ਬਹਾਦਰ ਦੇ ਇਤਿਹਾਸ ਨੂੰ ਵੀ ਪੜ੍ਹਿਆ। ਪਰ ਉਹ ਕਹਿੰਦਾ ਜਦੋਂ ਮੈਂ ਤਿੰਨੋਂ ਚੀਜ਼ਾਂ ਪੜ੍ਹੀਆਂ, ਐਡਾ ਵੱਡਾ ਫਰਕ ਨਿਕਲ ਕੇ ਸਾਹਮਣੇ ਆਇਆ। ਕਹਿੰਦਾ ਮੇਰਾ ਸਿਰ ਚਕਰਾ ਗਿਆ। ਕਦੇ ਪੜ੍ਹਿਓ ਉਹ ਬੁੱਕ ਹੈ ਜਿਹੜੀ, ਉਹਨੇ ਫਿਰ ਗੱਲ ਸ਼ੁਰੂ ਪਤਾ ਕਿੱਥੋਂ ਕੀਤੀ ਹੈ। ਕਹਿੰਦਾ ਜਦੋਂ ਮੈਂ ਰਮਾਇਣ ਨੂੰ ਪੜ੍ਹਿਆ, ਉਹਦੇ ਵਿੱਚ ਰਾਮ ਦਾ ਤੇ ਰਾਵਣ ਦੇ ਜੰਗ ਦਾ ਜ਼ਿਕਰ ਆਉਂਦਾ। ਰਾਮ ਤੇ ਰਾਵਣ ਦਾ ਯੁੱਧ ਹੁੰਦਾ, ਲੱਖਾਂ ਸੂਰਬੀਰ ਸੂਰਮੇ ਯੋਧੇ ਜੰਗ ਦੀ ਭੇਟਾ ਚੜ ਗਏ, ਲੱਖਾਂ ਘਰ ਉਜੜ ਗਏ। ਪਰ ਕਹਿੰਦਾ ਮੈਂ ਇਹ ਨੋਟ ਕੀਤਾ ਕਿ ਰਮਾਇਣ ਦੇ ਵਿੱਚੋਂ ਜੇ ਦੋ ਔਰਤਾਂ ਨੂੰ ਬਾਹਰ ਕੱਢ ਦਈਏ, ਦੋ ਔਰਤਾਂ ਨੂੰ ਬਾਹਰ ਕਰ ਦਈਏ, ਤੇ ਜੰਗ ਕਰਨ ਦਾ ਕੋਈ ਬਹਾਨਾ ਨਹੀਂ ਬਣਦਾ। ਜੰਗ ਕਰਨ ਦੀ ਕੋਈ ਤੁਕ ਨਹੀਂ ਬਣਦੀ। ਪਹਿਲੀ ਔਰਤ ਰਾਵਣ ਦੀ ਭੈਣ, ਜਿਹਦੀ ਨੱਕ ਰਾਮਚੰਦਰ ਦੇ ਭਰਾ ਨੇ ਵੱਢ ਦਿੱਤੀ। ਪਹਿਲੀ ਔਰਤ ਉਹ ਜਿਹਦਾ ਨਾਮ ਸੀ ਸਰੂਪਨਖਾ। ਦੂਜੀ ਔਰਤ ਭਗਵਾਨ ਰਾਮ ਦੀ ਧਰਮ ਸੁਪਤਨੀ ਸੀਤਾ, ਜਿਹਨੂੰ ਰਾਵਣ ਜ਼ਬਰਦਸਤੀ ਚੁਰਾ ਕੇ ਆਪਣੀ ਸੋਨੇ ਦੀ ਬਣੀ ਲੰਕਾ ਦੇ ਵਿੱਚ ਲੈ ਗਿਆ। ਉਹ ਦੌਲਤ ਰਾਏ ਕਹਿੰਦਾ ਜੇ ਦੋਨੋਂ ਹੀ ਔਰਤਾਂ ਨੂੰ ਕੱਢ ਦਈਏ ਤੇ ਜੰਗ ਨਹੀਂ ਹੋ ਸਕਦਾ। ਜੰਗ ਨਹੀਂ ਸੀ ਹੋ ਸਕਦਾ, ਜੰਗ ਟਲ ਸਕਦਾ ਸੀ, ਪਰ ਕਹਿੰਦਾ ਦੋਨੋਂ ਔਰਤਾਂ ਕਰਕੇ ਜੰਗ ਹੋਇਆ। ਔਰ ਗਲਤੀ ਦੋਨਾਂ ਪਾਰਟੀਆਂ ਨੇ ਕੀਤੀ ਹੈ, ਦੋਨਾਂ ਧਿਰਾਂ ਨੇ। ਉਹ ਕਿਵੇਂ? ਪਹਿਲੀ ਗੱਲ, ਜੇ ਸਰੂਪਨਖਾ ਜਾਂ ਸਰੂਪਲਤਾ ਨੇ ਰਾਵਣ ਨੂੰ ਕੁਝ ਬੋਲਿਆ ਸੀ, ਮਾਫ ਕਰਨਾ, ਲਕਸ਼ਮਣ ਨੂੰ ਕੁਝ ਬੋਲਿਆ ਸੀ, ਤੇ ਲਕਸ਼ਮਣ ਨੂੰ ਚਾਹੀਦਾ ਸੀ ਉਹਨੂੰ ਜਰ ਜਾਂਦਾ, ਉਹਨੂੰ ਸਹਿਣ ਕਰ ਜਾਂਦਾ। ਜੇ ਸਹਿਣ ਨਹੀਂ ਸੀ ਹੁੰਦਾ, ਬਦਲਾ ਲੈਣ ਦੇ ਹਜ਼ਾਰਾਂ ਤਰੀਕੇ ਨੇ, ਜ਼ਰੂਰੀ ਨਹੀਂ ਸੀ ਕਿ ਰਾਵਣ ਦੀ ਭੈਣ ਦੀ ਨੱਕ ਵੱਢ ਦਿੰਦਾ। ਪਹਿਲੀ ਗਲਤੀ ਲਕਸ਼ਮਣ ਕਰਦਾ। ਦੂਜੀ ਗਲਤੀ, ਜੇ ਲਕਸ਼ਮਣ ਨੇ ਗਲਤੀ ਕਰ ਦਿੱਤੀ, ਦੂਜੀ ਗਲਤੀ ਕਰਨ ਵਾਲਾ ਰਾਵਣ, ਜਿਹੜਾ ਭਗਵਾਨ ਰਾਮ ਦੀ ਧਰਮ ਸੁਪਤਨੀ ਸੀਤਾ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ। ਕਿਉਂ? ਕਿ ਜੇ ਲਕਸ਼ਮਣ ਨੇ ਗਲਤੀ ਕਰ ਦਿੱਤੀ ਸੀ, ਉਹਦੀ ਭੈਣ ਦੀ ਨੱਕ ਵੱਢ ਦਿੱਤੀ, ਉਹਨੂੰ ਚਾਹੀਦਾ ਸੀ ਲਕਸ਼ਮਣ ਨਾਲ ਜਾਂ ਰਾਮਚੰਦਰ ਨਾਲ ਬਹਿ ਕੇ ਗੱਲਬਾਤ ਕਰਦਾ, ਜਾਂ ਕੋਈ ਹੋਰ ਰਾਹ ਕੱਢਦਾ। ਉਹਦੀ ਧਰਮ ਸੁਪਤਨੀ ਸੀਤਾ ਨੂੰ ਨਹੀਂ ਸੀ ਚੁੱਕਣਾ ਚਾਹੀਦਾ। ਪਰ ਦੋਨਾਂ ਨੇ ਗਲਤੀ ਕੀਤੀ। ਜੰਗ ਹੋਇਆ ਤੇ ਲੱਖਾਂ ਸੂਰਮੇ ਬੇਵਜ੍ਹਾ ਬਿਨਾਂ ਕਿਸੇ ਗੱਲ ਤੋਂ ਤਲਵਾਰਾਂ ਦੀ ਭੇਟ ਚੜ ਗਏ। ਕਹਿੰਦਾ ਫਿਰ ਮੈਂ ਖੋਲਿਆ ਮਹਾਭਾਰਤ ਨੂੰ। ਰਮਾਇਣ ਦੇ ਵਿੱਚ ਜੇ ਦੋ ਔਰਤਾਂ ਨੂੰ ਬਾਹਰ ਕੱਢ ਦੋ, ਜੰਗ ਹੋਣ ਦੇ ਕੋਈ ਚਾਂਸ ਨਹੀਂ। ਕਹਿੰਦਾ ਜੇ ਮਹਾਭਾਰਤ ਦੇ ਵਿੱਚੋਂ ਕੱਲੀ ਦ੍ਰੋਪਦੀ ਨੂੰ ਬਾਹਰ ਕੱਢ ਦੋ ਤੇ ਜੰਗ ਹੋਣ ਦਾ ਕੋਈ ਬਹਾਨਾ ਨਹੀਂ, ਕੋਈ ਚਾਂਸ ਨਹੀਂ। ਹੁੰਦਾ ਕੀ ਹੈ, ਜਿੱਥੋਂ ਮੁੱਢ ਵੱਜਦਾ, ਪੰਜਾਂ ਪਾਂਡਵਾਂ ਦੇ ਘਰ ਵਾਲੀ ਪੰਚਾਲੀ, ਜਿਹਨੂੰ ਦ੍ਰੋਪਦੀ ਵੀ ਕਿਹਾ ਜਾਂਦਾ, ਉਹਨਾਂ ਨੇ ਮਹਿਲ ਬਣਾਇਆ, ਉਹਦੀ ਚੱਠ ਕਰਨੀ, ਉਦਘਾਟਨ ਕਰਨਾ, ਤੇ ਵਿਹੜੇ ਦੇ ਵਿੱਚ ਇੱਕ ਸਰੋਵਰ ਹੈ, ਉਹਦੇ ਉੱਤੇ ਰੰਗ ਪਾਏ ਨੇ। ਸਮਾਂ ਆਪਣੇ ਕੋਲ ਥੋੜਾ, ਮੈਂ ਛੇਤੀ ਨਿਬੇੜ ਦਿਆਂ। ਰੰਗ ਪਾਏ ਨੇ, ਉਹ ਰੰਗ ਇਸ ਤਰ੍ਹਾਂ ਲੱਗਦੇ ਨੇ ਜਿਵੇਂ ਮਿੱਟੀ ਦੇ ਉੱਤੇ, ਫਰਸ਼ ਦੇ ਉੱਤੇ ਪਾਏ ਹੋਣ। ਪਰ ਜਦੋਂ ਦੁਰਯੋਧਨ ਆਉਂਦਾ, ਉਹ ਪੈਰ ਰੱਖਦਾ, ਪਾਣੀ ਦੇ ਵਿੱਚ ਉਹਦਾ ਪੈਰ ਤਿਲਕ ਜਾਂਦਾ, ਉਹ ਡਿੱਗ ਪੈਂਦਾ। ਦ੍ਰੋਪਦੀ ਹੱਸਦੀ ਹੈ, ਨਾਲੇ ਮਜ਼ਾਕ ਉਡਾਉਂਦੀ ਹੈ ਕਿ ਅੰਨੇ ਦੀ ਔਲਾਦ ਅੰਨੀ ਹੁੰਦੀ, ਸਿਆਣੇ ਠੀਕ ਹੀ ਕਹਿੰਦੇ ਨੇ। ਉਥੋਂ ਦੁਰਯੋਧਨ ਨੂੰ ਗੁੱਸਾ ਚੜ ਜਾਂਦਾ। ਉਹ ਗੁੱਸਾ ਪਤਾ ਕਿੱਥੇ ਜਾ ਕੇ ਕੱਢਦਾ? ਜਦੋਂ ਭਰੀ ਸਭਾ ਦੇ ਵਿੱਚ ਪੰਜੇ ਪਾਂਡਵ ਦ੍ਰੋਪਦੀ ਨੂੰ ਹਾਰ ਜਾਂਦੇ ਨੇ, ਦੁਰਯੋਧਨ ਕਹਿੰਦਾ ਕਿ ਇਹਦੇ ਵਸਤਰ ਉਤਾਰ ਕੇ ਇਹਨੂੰ ਨਗਨ ਕੀਤਾ ਜਾਏ। ਇੱਥੇ ਪਹਿਲੀ ਗਲਤੀ ਦ੍ਰੋਪਦੀ ਦੀ ਹੈ। ਜੇ ਦੁਰਯੋਧਨ ਡਿੱਗ ਪਿਆ, ਉਹਨੂੰ ਮਜ਼ਾਕ ਨਹੀਂ ਸੀ ਉਡਾਉਣਾ ਚਾਹੀਦਾ। ਆਪਾਂ ਰੋਜ਼ ਕਿੰਨੀ ਵਾਰੀ ਘਰਾਂ ਦੇ ਵਿੱਚ ਠੋਕਰ ਲਾ ਕੇ ਡਿੱਗ ਪੈਂਦੇ ਆ, ਖੇਤਾਂ ਦੇ ਵਿੱਚ ਡਿੱਗਦੇ ਆ, ਰਾਹ ਦੇ ਵਿੱਚ ਡਿੱਗਦੇ ਆ। ਇਹਦਾ ਮਤਲਬ ਇਹ ਨਹੀਂ ਕਿ ਸਾਡਾ ਮਜ਼ਾਕ ਉਡਾਵੇ। ਪਹਿਲੀ ਗਲਤੀ ਦ੍ਰੋਪਦੀ ਨੇ ਕੀਤੀ ਕਿ ਉਹਦਾ ਮਜ਼ਾਕ ਉਡਾ ਦਿੱਤਾ, ਪਰ ਦੂਜੀ ਗਲਤੀ ਦੁਰਯੋਧਨ ਨੇ ਕੀਤੀ। ਜੇ ਉਹਨੇ ਮਜ਼ਾਕ ਉਡਾਇਆ ਸੀ, ਰਿਸ਼ਤੇ ਦੇ ਵਿੱਚ ਉਹਦੀ ਭਰਜਾਈ ਲੱਗਦੀ ਸੀ, ਦਿਓਰ ਭਰਜਾਈ ਜਾਂ ਜੇਠ ਭਰਜਾਈ ਆਮ ਤੌਰ ਤੇ ਇੱਕ ਦੂਜੇ ਨੂੰ ਮਜ਼ਾਕ ਕਰਦੇ ਨੇ। ਜੇ ਉਹਨੇ ਕਰ ਹੀ ਦਿੱਤਾ ਸੀ, ਸਹਿਣ ਕਰ ਜਾਂਦਾ। ਜੇ ਨਹੀਂ ਸੀ ਸਹਿਣ ਹੁੰਦਾ, ਉਹਦੇ ਹਜ਼ਾਰਾਂ ਤਰੀਕੇ ਸਨ, ਪਰ ਉਹਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਭਰੀ ਸਭਾ ਦੇ ਵਿੱਚ ਉਹਨੇ ਦ੍ਰੋਪਦੀ ਨੂੰ ਨਗਨ ਕੀਤਾ। ਰਾਏ ਦੌਲਤ ਕਹਿੰਦਾ ਉੱਥੇ ਵੀ ਦੋ ਜਣਿਆਂ ਨੇ ਗਲਤੀ ਕੀਤੀ, ਇੱਥੇ ਵੀ ਦੋ ਜਣਿਆਂ ਨੇ ਗਲਤੀ ਕੀਤੀ। ਜੇ ਦ੍ਰੋਪਦੀ ਨੂੰ ਮਹਾਭਾਰਤ ਦੇ ਵਿੱਚੋਂ ਬਾਹਰ ਕੱਢ ਦਈਏ, ਇਹ ਜੰਗ ਹੋਣ ਦਾ ਕੋਈ ਤੁਕ ਨਹੀਂ ਬਣਦਾ, ਕੋਈ ਬਹਾਨਾ ਨਹੀਂ ਬਣਦਾ। ਪਰ ਇੱਥੇ ਵੀ ਗਲਤੀ ਦੋਵਾਂ ਨੇ ਕੀਤੀ ਤੇ ਜੰਗ ਹੋਇਆ ਤੇ ਲੱਖਾਂ ਫੌਜੀ ਬਿਨਾਂ ਕਿਸੇ ਕਾਰਨ ਉਜੜੇ, ਮਾਰੇ ਗਏ। ਮਹਾਭਾਰਤ ਦੇ ਵਿੱਚ ਵੀ
ਗਲਤੀ ਦੋਵਾਂ ਨੇ ਕੀਤੀ। ਇਹ ਜੰਗ ਹੋਇਆ, 18 ਖੂਹਣੀਆਂ ਫੌਜ ਉਸ ਮਹਾਭਾਰਤ ਦੇ ਜੰਗ ਦੇ ਵਿੱਚ ਖੱਪ ਗਈ। ਪਰ ਕਹਿੰਦਾ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਪੜ੍ਹਿਆ, ਵਾਹ ਵਾਹ, ਸਾਰੇ ਕਹੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਹਿੰਦਾ ਜਦੋਂ ਮੈਂ ਕਲਗੀਧਰ ਦਾ ਇਤਿਹਾਸ ਪੜ੍ਹਿਆ, ਮੈਂ ਦੇਖਿਆ ਕਿਸੇ ਔਰਤ ਪਿੱਛੇ ਜੰਗ ਨਹੀਂ ਹੈ, ਕਿਸੇ ਔਰਤ ਪਿੱਛੇ ਜੰਗ ਨਹੀਂ, ਕਿਸੇ ਜ਼ਮੀਨ ਪਿੱਛੇ ਜੰਗ ਨਹੀਂ, ਕਿਸੇ ਜਾਇਦਾਦ ਪਿੱਛੇ ਜੰਗ ਨਹੀਂ, ਕਿਸੇ ਹੋਰ ਗੱਲ ਪਿੱਛੇ ਜੰਗ ਨਹੀਂ। ਜੰਗ ਕਾਹਦੇ ਪਿੱਛੇ ਹੈ? ਧਰਮ ਦੇ ਪਿੱਛੇ। ਕਲਗੀਧਰ ਪਾਤਸ਼ਾਹ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ, ਧਰਮ ਚਲਾਵਣ ਸੰਤ ਉਬਾਰਨ, ਧਰਮ ਚਲਾਵਣ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਦਾਰ। ਕਹਿੰਦੇ ਨੇ ਮੈਂ ਆਇਆ ਕਾਹਦੇ ਵਾਸਤੇ ਆਇਆ? ਮੈਂ ਧਰਮ ਨੂੰ ਅੱਗੇ ਵਧਾਉਣ ਵਾਸਤੇ ਆਇਆ, ਮੈਂ ਜ਼ਾਲਮਾਂ ਨੂੰ ਮਾਰਨ ਵਾਸਤੇ, ਸੋਧਣ ਵਾਸਤੇ ਆਇਆ, ਤੇ ਮੈਂ ਸੰਤਾਂ ਦੀ, ਮਹਾਂਪੁਰਖਾਂ ਦੀ ਜਾਂ ਗੁਰਸਿੱਖਾਂ ਦੀ, ਕਿਹੜੇ ਗੁਰਸਿੱਖਾਂ ਦੀ, ਕਿਹੜੇ ਸੰਤਾਂ ਦੀ, ਕਿਹੜੇ ਮਹਾਂਪੁਰਖਾਂ ਦੀ ਰੱਖਿਆ ਕਰਨ ਵਾਸਤੇ ਆਇਆ, ਜਿਹੜੇ ਲੋਕਾਂ ਨੂੰ ਧਰਮ ਦੇ ਰਾਹ ਤੇ ਤੋਰਦੇ ਨੇ, ਜਿਹੜੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਦੇ ਨੇ। ਮੈਂ ਉਹਨਾਂ ਦੀ ਰੱਖਿਆ ਕਰਨ ਵਾਸਤੇ ਆਇਆ। ਇਹ ਲਿਖਦੇ ਲਿਖਦੇ ਦੌਲਤ ਰਾਏ ਲਿਖਦਾ ਕਿ ਜਦੋਂ ਮੈਂ ਪੜਿਆ, ਕੋਈ ਔਰਤ ਪਿੱਛੇ ਜੰਗ ਨਹੀਂ, ਕੋਈ ਕਿਸੇ ਜ਼ਮੀਨ ਪਿੱਛੇ ਜੰਗ ਨਹੀਂ, ਕੋਈ ਕਿਸੇ ਰਾਜ ਪਿੱਛੇ ਜੰਗ ਨਹੀਂ, ਕੋਈ ਕਿਸੇ ਪ੍ਰਾਪਰਟੀ ਪਿੱਛੇ ਜੰਗ ਨਹੀਂ। ਉਹ ਦੌਲਤ ਰਾਏ ਕਹਿੰਦਾ ਅਖੀਰ ਤੇ ਫਿਰ ਮੈਨੂੰ ਇਹ ਗੱਲ ਮੰਨਣੀ ਪਈ, ਇਹ ਗੱਲ ਕਹਿਣੀ ਪਈ। ਉਹ ਗੱਲ ਕਿਹੜੀ ਹੈ? ਸਾਰੇ ਗੱਜ ਵੱਜ ਕੇ ਸ਼ਬਦ ਦੇ ਵਿੱਚ ਪੜ੍ਹਨਾ ਕਰਿਓ। ਨਾ ਕੋਈ ਹੋਇਆ ਤੇ ਨਾ ਕੋਈ ਹੋਣਾ, ਗੁਰੂ ਦਸ਼ਮੇਸ਼ ਵਰਗਾ ਹੋਇਆ ਤੇ ਨਾ ਕਿਸੇ, ਗੁਰੂ ਦਸ਼ਮੇਸ਼ ਵਰਗਾ। ਨਾ ਕੋਈ ਹੋਇਆ ਤੇ ਨਾ ਕਿਤੇ ਹੋਣਾ, ਗੁਰੂ ਦਸ਼ਮੇਸ਼ ਵਰਗਾ। ਨਾ ਕੋਈ ਹੋਇਆ ਤੇ ਨਾ ਕਿਸੇ, ਗੁਰੂ ਦਸ਼ਮੇਸ਼ ਵਰਗਾ। ਪਿਆਰਿਓ ਗੁਰੂ ਦਸ਼ਮੇਸ਼ ਵਰਗਾ, ਪਿਆਰਿਓ ਗੁਰੂ ਦਸ਼ਮੇਸ਼ ਵਰਗਾ। ਨਾ ਕੋਈ ਹੋਇਆ ਤੇ ਨਾ ਕਿਸੇ, ਗੁਰੂ ਦਸ਼ਮੇਸ਼ ਵਰਗਾ। ਨਾ ਕੋਈ ਹੋਇਆ ਤੇ ਨਾ ਕਿਸੇ, ਗੁਰੂ ਦਸ਼ਮੇਸ਼ ਵਰਗਾ।
ਬਲਿਹਾਰੀ ਗੁਰ ਆਪਣੇ ਦਿਹਾੜੀ ਸਦ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੋਚਦਾ ਉਗਣ ਰਹਿ, ਜੇ ਸੋਚਦਾ ਉਗਣ ਰਹਿ। ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੁੰਦਿਆ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਦੌਲਤ ਉਹਨੇ ਆਖਿਆ ਮੈਨੂੰ ਲਿਖਣਾ ਪਿਆ ਕਿ ਇਹ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਦੁਨੀਆ ਦੇ ਵਿੱਚ ਨਾ ਕੋਈ ਆਇਆ, ਨਾ ਕੋਈ ਹੈ, ਤੇ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਆਏਗਾ। ਉਹ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਆਪ ਜੀ ਸਾਰੇ ਹੀ ਪਾਵਨ ਪਵਿੱਤਰ ਆਪ ਜੀ ਸਾਰੇ ਹੀ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਮਨਾ ਰਹੇ ਹੋ। ਸੋ ਆਓ, ਜਿਨ੍ਹਾਂ ਮਹਾਂਪੁਰਖਾਂ ਦੀ ਆਪ ਸਾਰੇ ਬੜੇ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸੀ, ਇੰਤਜ਼ਾਰ ਕਰ ਰਹੇ ਸੀ, ਉਹ ਪਹੁੰਚ ਚੁੱਕੇ ਨੇ। ਅਗਲਾ ਜਿੰਨਾ ਕੁ ਵੀ ਸਮਾਂ ਮਹਾਂਪੁਰਖ ਆਪ ਜੀ ਨੂੰ ਬਖਸ਼ਦੇ ਨੇ, ਉਸ ਸਮੇਂ ਤੋਂ ਲਾਹਾ ਲੈਣ ਦੀ